ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ? ਜੇ ਨਹੀਂ ਤਾਂ ਹੁਣੇ ਹੀ ਤੁਰੰਤ youtube.com ਤੇ ਜਾ ਕੇ ਜਾਂ ਆਪਣੀ ਡਿਵਾਈਸ ਵਿੱਚ YouTube ਦੀ ਐਪ ਡਾਊਨਲੋਡ ਕਰਕੇ ਉਹਦੇ ਤੇ ਤੁਸੀਂ ਗੁਰਗਿਆਨ ਟੀਵੀ GURGYAN TV ਗੁਰਗਿਆਨ ਟੀਵੀ ਫਾਈਂਡ ਕਰਨਾ। ਉੱਥੇ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਸਭ ਤੋਂ ਪਹਿਲਾਂ ਗੁਰਗਿਆਨ ਟੀਵੀ ਸਬਸਕ੍ਰਾਈਬ ਕਰ ਦੇਣਾ। ਰੋਜ਼ਾਨਾ ਇੱਕ ਵੀਡੀਓ ਅਪਲੋਡ ਹੁੰਦੀ ਹੈ। 35-40 ਮਿੰਟ ਤੁਸੀਂ ਗੁਰੂ ਦੇ ਪਿਆਰ ਵਿੱਚ ਬੈਠਣਾ ਹੈ, ਪਰਿਵਾਰ ਸਮੇਤ, ਬੱਚਿਆਂ ਸਮੇਤ, ਅਰਥਾਂ ਸਮੇਤ ਸਹਿਜ ਪਾਠ ਕਰਨਾ ਸਭ ਤੋਂ ਸੌਖਾ ਤਰੀਕਾ। ਗੁਰਗਿਆਨ ਟੀਵੀ ਤੇ ਤੁਹਾਨੂੰ ਪਲੇਲਿਸਟ ਮਿਲੇਗੀ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚੋਂ ਸ਼ੁਰੂ ਕਰੋ, ਨਿਤ ਲਾਹਾ ਲਓ, ਨਾਲੇ ਅਰਥ ਸਿੱਖੀਏ, ਗੁਰਮਤ ਦੇ ਸਿਧਾਂਤ ਪਤਾ ਲੱਗਣ, ਹੋਰਨਾਂ ਨੂੰ ਪ੍ਰੇਰਿਤ ਕਰੀਏ। ਤੁਹਾਡੇ ਮਿੱਤਰ, ਦੋਸਤ, ਰਿਸ਼ਤੇਦਾਰ, ਭੈਣ ਭਰਾਵਾਂ ਦੇ ਪਰਿਵਾਰ ਵਿੱਚ ਅਗਰ ਕੋਈ ਨਹੀਂ ਕਰ ਰਿਹਾ, ਉਹਨਾਂ ਨੂੰ ਪ੍ਰੇਰਿਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ, ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 206 ਦੇ ਉੱਪਰ ਅੰਕਿਤ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਉਪਦੇਸ਼ ਗੁਰ ਸਰੂਪ ਦੇ। ਤੇ ਮੇਰੇ ਗੁਰੂ ਪਾਤਸ਼ਾਹ ਦੀ ਆਵਾਜ਼ ਸਤਿਗੁਰ ਸਰੂਪ ਦੇ ਦੀਦਾਰ ਕਰਨ ਦਾ ਯਤਨ ਕਰ ਰਹੇ ਹਾਂ। ਆਓ ਗੁਰੂ ਬਖਸ਼ਿਸ਼ ਦੇ ਪਾਤਰ ਬਣੀਏ ਜੀ। ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ। ਜਦੋਂ ਗੁਰੂ ਦੇ ਉਪਦੇਸ਼, ਸਿੱਖਿਆਵਾਂ, ਗੁਰੂ ਪਾਤਸ਼ਾਹ ਵੱਲੋਂ ਵਰਤੀਆਂ ਹੋਈਆਂ ਕਹਾਵਤਾਂ, ਰਮਜ਼ਾਂ, ਗੁਰੂ ਦੀ ਸੋਚ, ਗੁਰੂ ਦਾ ਨਜ਼ਰੀਆ, ਉਸ ਵਿੱਚੋਂ ਜੋ ਸਮਝ ਮਿਲਦੀ ਹੈ, ਸੋਝੀ ਮਿਲਦੀ ਹੈ, ਉਹਦੇ ਨਾਲ ਜਦੋਂ ਅਸੀਂ ਆਪਣਾ ਸੋਚ ਤੇ ਸੁਭਾਅ ਨੂੰ ਪੜਚੋਲਦੇ ਹਾਂ, ਫਿਰ ਪਤਾ ਲੱਗਦਾ ਹੈ ਸੁਭਾਅ ਤੇ ਸੋਚ ਸਵਾਰਨ ਦੀ ਲੋੜ ਹੈ, ਸ਼ਿੰਗਾਰਨ ਦੀ ਲੋੜ ਹੈ। ਫਿਰ ਸਾਹਮਣੇ ਇੱਕ ਟਾਰਗੇਟ ਬਣਦਾ, ਇੱਕ ਨਿਸ਼ਾਨਾ ਬਣਦਾ ਕਿ ਸੁਭਾਅ ਗੁਰਮੁਖ ਬਣਾਉਣਾ ਹੈ ਤੇ ਸੋਚ ਗੁਰਮਤ ਵਾਲੀ ਬਣਾਉਣੀ ਹੈ। ਉਹਦੇ ਲਈ ਫਿਰ ਗੁਰੂ ਦੇ ਉਪਦੇਸ਼ ਮੰਨਣ ਦੀ ਭਾਵਨਾ ਸ਼ੁਰੂ ਹੁੰਦੀ ਹੈ। ਹਰ ਪਲ, ਹਰ ਛਿਣ ਸੁਚੇਤ ਰਹਿ ਕੇ ਜਦੋਂ ਸੋਚ ਸੁਭਾਅ ਤੇ ਲਾਗੂ ਕਰਕੇ ਗੁਰੂ ਦੇ ਉਪਦੇਸ਼ ਨੂੰ ਜਿਉਇਆ ਜਾਂਦਾ ਹੈ, ਪ੍ਰੈਕਟੀਕਲ ਜਿਉਇਆ ਜਾਂਦਾ ਹੈ, ਫਿਰ ਸਾਡੇ ਅੰਦਰ ਜੋ ਅਹਿਸਾਸ ਕਰਨ ਦੀ ਤਲ ਹੈ, ਮਹਿਸੂਸ ਕਰਨ ਦਾ ਜੋ ਤਲ ਹੈ, ਉਹਦੇ ਵਿੱਚੋਂ ਫਿਰ ਅਹਿਸਾਸ ਹੁੰਦਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸੱਚਾ ਗਿਆਨ ਬਣ ਕੇ ਹਰ ਥਾਂ ਤੇ ਨੇ। ਉਹ ਸਾਰਿਆਂ ਵਿੱਚ ਨਿਜ਼ਮ ਬਣ ਕੇ ਵਰਤਾ ਰਹੇ ਨੇ। ਉਹ ਨਿਜ਼ਮ ਸੋਚ ਸੁਭਾਵਾਂ ਵਿੱਚੋਂ ਲਾਗੂ ਹੁੰਦਾ ਹੈ। ਪਿੱਛੇ ਉਦਾਹਰਨ ਦਿੱਤੀ ਸੀ ਕੱਲ੍ਹ ਦੇ ਐਪੀਸੋਡ ਦੇ ਵਿੱਚ, ਜਿਵੇਂ ਸੁਨਿਆਰਾ ਸੋਨੇ ਤੋਂ ਵੱਖ-ਵੱਖ ਗਹਿਣੇ ਬਣਾਉਂਦਾ ਹੈ। ਜਿਹਨੇ ਸੋਨਾ ਦੇਖਣਾ ਹੈ ਉਹ ਹਰ ਇੱਕ ਗਹਿਣੇ ਵਿੱਚੋਂ ਦਿਸ ਜਾਏਗਾ। ਜੇ ਗਹਿਣਾ ਦੇਖਣਾ ਹੈ ਤਾਂ ਦੂਜੇ ਗਹਿਣਿਆਂ 'ਚੋਂ ਨਹੀਂ ਦਿਸੇਗਾ। ਕੜਾ ਦੇਖਣਾ ਹੈ, ਮੁੰਦਰੀ 'ਚੋਂ ਨਹੀਂ ਦਿਸੇਗਾ, ਜੰਜੀਰ 'ਚੋਂ ਨਹੀਂ ਦਿਸੇਗਾ। ਪਰ ਜੇ ਸੋਨਾ ਦੇਖਣਾ ਸਾਰਿਆਂ 'ਚੋਂ ਦਿਸੇਗਾ। ਜਦੋਂ ਰੱਬ ਦੀ ਜੋਤ ਨੂੰ ਦੇਖਿਆ ਸਾਰਿਆਂ 'ਚੋਂ, ਤੇ ਵਾਹਿਗੁਰੂ ਜੀ ਤੁਹਾਡੇ ਨਿਜ਼ਮ ਦੇ ਵਿੱਚੋਂ ਜਿਹੜੇ ਵਰਤਾਰੇ ਦੇਖੇ, ਜੋ ਜੀਵਨ ਦੇਖੇ, ਕਮਾਲ ਹੀ ਕਮਾਲ ਹੈ। ਉਹ ਨਜ਼ਰੀਆ ਸਤਿਗੁਰੂ ਜੀ ਦਿਖਾ ਰਹੇ ਨੇ। ਉਹ ਅਵਿਨਾਸ਼ੀ ਰਾਇਆ, ਵਾਹਿਗੁਰੂ ਸੱਚੇ ਪਾਤਸ਼ਾਹ, ਉਹਦੀ ਜੋਤ, ਉਹਦੀ ਸ਼ਕਤੀ ਅਵਿਨਾਸ਼ੀ ਹੈ, ਕਦੀ ਨਾਸ਼ ਨਹੀਂ ਹੁੰਦੀ, ਸਦੀਵੀ ਹੈ। ਰਾਇਆ, ਉਹਦਾ ਰਾਜ ਚੱਲਦਾ ਹੈ। ਬਾ ਕਮਾਲ ਹੈ ਵਾਹਿਗੁਰੂ ਜੀ ਦਾ ਆਪਰੇਟਿੰਗ ਸਿਸਟਮ। ਸਮੁੱਚੇ ਯੂਨੀਵਰਸ ਨੂੰ ਉਹਦੀ ਜੋਤ, ਉਹਦੀ ਸ਼ਕਤੀ, ਚਾਹੇ ਬ੍ਰਿਕਸ਼ਾਂ ਵਿੱਚ ਹੈ, ਚਾਹੇ ਜਾਨਵਰਾਂ ਪਸ਼ੂਆਂ ਵਿੱਚ ਹੈ, ਚਾਹੇ ਮਨੁੱਖਾਂ ਵਿੱਚ ਹੈ, ਫਿਰ ਉਹਦੇ ਨਿਜ਼ਮ ਰਾਹੀਂ
ਇਨਫਿਨਾਈਟ ਉਹਦਾ ਆਪਰੇਟਿੰਗ ਸਿਸਟਮ ਹੈ, ਕੰਟਰੋਲਿੰਗ ਸਿਸਟਮ ਹੈ, ਕਮਾਲ ਹੈ। ਉਹਦਾ ਰਾਜ ਚੱਲਦਾ ਹੈ, ਉਹਦੇ 'ਚ ਕੋਈ ਦਖਲ ਨਹੀਂ ਦੇ ਸਕਦਾ। ਉਹ ਅਬਿਨਾਸ਼ੀ ਰਾਇਆ। ਅਸੀਂ ਕਹਿੰਦੇ ਹਾਂ ਸਾਇੰਸ ਨੇ ਬਹੁਤ ਤਰੱਕੀ ਕਰ ਲਈ। ਇੰਨਾ ਕੁ ਤੇ ਦੱਸ ਸਕਦੀ ਹੈ ਸਾਇੰਸ ਕਿ ਭੂਚਾਲ ਆ ਰਿਹਾ, ਸ਼ੁਰੂ ਹੋ ਗਿਆ। ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਇਹ ਵੀ ਦੱਸ ਦੇਵੇ ਕਿ ਇੰਨੇ ਵਜੇ ਸ਼ੁਰੂ ਹੋਏਗਾ, ਪਰ ਉਹਨੂੰ ਰੋਕਣ ਵਾਸਤੇ ਹਾਲੇ ਤੱਕ ਉਪਾਅ ਨਹੀਂ ਹੈ। ਉਹਦੇ ਨਿਜ਼ਮ ਦੇ ਅੱਗੇ, ਉਹਦੀਆਂ ਸ਼ਕਤੀਆਂ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ। ਉਹ ਰਾਜਾ ਹੈ, ਰਾਇਆ। ਨਿਰਭਉ ਸੰਗਤ ਮਾਰੈ ਬਸਤੇ, ਇਹ ਡਰਨ ਕਹਾਂ ਤੇ ਆਇਆ ਰਹਾਓ। ਸੈਂਟਰਲ ਆਈਡੀਆ ਰਹਾਓ। ਵਾਹਿਗੁਰੂ ਜੀ, ਜਦੋਂ ਤੁਹਾਨੂੰ ਗਿਆਨ ਦੇ ਰੂਪ ਵਿੱਚ, ਨਿਜ਼ਮ ਦੇ ਰੂਪ ਵਿੱਚ, ਗੁਣਾਂ ਦੇ ਰੂਪ ਵਿੱਚ ਹਰ ਥਾਂ ਤੇ ਤੱਕਿਆ, ਮਹਿਸੂਸ ਕੀਤਾ, ਤੁਹਾਡੀ ਐਗਜ਼ਿਸਟੈਂਸ ਨੂੰ ਫੀਲ ਕੀਤਾ, ਤੁਹਾਡੀ ਹੋਂਦ ਨੂੰ ਮਹਿਸੂਸ ਕੀਤਾ, ਤਾਂ ਤੁਹਾਡੀ ਹੋਂਦ ਚਾਹੇ ਉਹ ਸੱਚੇ ਗਿਆਨ ਦੇ ਰੂਪ ਵਿੱਚ ਹੈ, ਚਾਹੇ ਜੋਤ ਪਾਵਰ ਦੇ ਰੂਪ ਵਿੱਚ ਹੈ, ਸ਼ਕਤੀ ਦੇ ਰੂਪ ਵਿੱਚ ਹੈ, ਚਾਹੇ ਗੁਣਾਂ ਦੇ ਰੂਪ ਵਿੱਚ ਹੈ, ਨਿਰਭਉ ਹੈ, ਨਿਰਵੈਰ ਹੈ। ਤੇ ਜਦੋਂ ਇੱਦਾਂ ਮਹਿਸੂਸ ਕੀਤਾ, ਤੁਹਾਡੇ ਸੰਗ ਬਸਣਾ, ਮਨ ਤੁਹਾਡੇ ਸੰਗ ਵਸਦਾ ਜਦੋਂ ਮਹਿਸੂਸ ਕਰਦਾ ਹੈ, ਉਸ ਪਿਆਰ ਵਿੱਚ ਭਿੱਜਦਾ ਹੈ। ਫਿਰ ਜਿਹੜਾ ਦੁਨਿਆਵੀ ਡਰ ਹੈ, ਦੁਨਿਆਵੀ ਤੌਖਲੇ ਨੇ, ਛੋਟੀਆਂ ਛੋਟੀਆਂ ਚਿੰਤਾਵਾਂ ਨੇ, ਇਹਦਾ ਕੀ ਬਣੇਗਾ, ਇਹਦਾ ਕੀ ਬਣੇਗਾ, ਫਿਰ ਡਰਨ ਕਹਾਂ ਤੇ ਆਇਆ। ਉਹ ਡਰ ਨਹੀਂ ਰਹਿੰਦਾ, ਉਹ ਤੌਖਲੇ ਨਹੀਂ ਰਹਿੰਦੇ। ਜਦੋਂ ਤੁਹਾਨੂੰ ਮਹਿਸੂਸ ਕੀਤਾ ਮਨੁੱਖਾਂ ਦੇ ਅੰਦਰੋਂ, ਤੇ ਕਮਾਲ ਹੈ। ਵਾਹਿਗੁਰੂ ਜੀ, ਹਰ ਜੀਵਨ ਵਿੱਚ ਤੁਹਾਡੀ ਜੋਤ ਹੈ। ਜਿੰਨਾ ਚਿਰ ਜੋਤ ਹੈ ਉਹਨਾਂ ਚਿਰ ਸਰੀਰ ਹੈ। ਜੇ ਜੋਤ ਨਿਕਲ ਗਈ, ਮਿੱਟੀ ਦੀ ਢੇਰੀ ਹੈ। ਉਸ ਜੋਤ ਦੇ ਵਿੱਚੋਂ ਹੀ ਹਰ ਮਨੁੱਖ ਦੇ ਅੰਦਰ ਸੋਝੀ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸੋਝੀ ਹੈ। ਅਗਰ ਉਹ ਜਿਹੜੀ ਅੰਦਰਲੀ ਸੋਝੀ ਹੈ, ਉਹਨੂੰ ਗੁਰ ਉਪਦੇਸ਼ ਦਾ ਦੀਵਾ ਜਗ ਜਾਵੇ ਤੇ ਸੋਝੀ ਵੱਡੀ ਹੋ ਜਾਂਦੀ ਹੈ, ਵਿਸ਼ਾਲ ਹੋ ਜਾਂਦੀ ਹੈ। ਨਹੀਂ ਤੇ ਸੋਝੀ ਦਾ ਲੈਵਲ ਬਹੁਤ ਛੋਟਾ ਰਹਿੰਦਾ ਹੈ। ਉਹ ਜਿੰਨੀ ਕੁ ਸੋਝੀ ਹੈ, ਉਸ ਤਰ੍ਹਾਂ ਦਾ ਉਹਦੇ ਅੰਦਰ ਜਜ਼ਬਾ, ਲਗਨ, ਭਾਵਨਾ ਹੈ। ਫਿਰ ਉਸ ਨਿਜ਼ਮ ਦੇ ਵਿੱਚ ਉਹਦਾ ਜੀਵਨ ਹੈ। ਤੇ ਵਾਹਿਗੁਰੂ ਜੀ, ਤੁਹਾਨੂੰ ਇਸ ਤਰੀਕੇ ਨਾਲ ਵੱਖ-ਵੱਖ ਸਰੀਰਾਂ ਦੇ ਵਿੱਚ, ਵੱਖ-ਵੱਖ ਜੀਵਨ ਦੇ ਮਹਿਲਾਂ ਦੇ ਰੂਪ ਵਿੱਚ ਦੇਖਿਆ। ਆਖੋ ਵਾਹਿਗੁਰੂ। ਜਿਹੜਾ ਸੁਭਾਅ ਹੈ ਨਾ, ਸੋਚ ਹੈ, ਇਹ ਮਹਿਲ ਹੈ। ਇਹਦੇ ਵਿੱਚ ਮਨ ਰਹਿੰਦਾ ਹੈ। ਤੇ ਮਨ ਜਿਹੜਾ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਉਸੇ ਦਾ ਹੀ ਸਰੂਪ ਹੈ। ਮੂਲ ਵਾਹਿਗੁਰੂ ਦੀ ਜੋਤ ਹੈ, ਉਹਦੇ ਵਿੱਚੋਂ ਨਿਕਲਿਆ ਸਰੂਪ ਮਨ ਹੈ। ਤੇ ਮਨ ਦੇ ਵੱਖ-ਵੱਖ ਵਰਤਾਰੇ ਜਦੋਂ ਦੇਖੇ ਵਾਹਿਗੁਰੂ ਜੀ, ਤੁਸੀਂ ਸਰੀਰਾਂ ਦੇ ਅੰਦਰ ਕਮਾਲ ਹੀ ਕਮਾਲ ਹੋ। ਏਕ ਮਹਿਲ ਤੂੰ ਹੋਏ ਅਫਾਰੋ, ਏਕ ਮਹਿਲ ਨਿਮਾਨੋ। ਇੱਕ ਸੁਭਾਅ ਦੇ ਮਹਿਲ ਵਿੱਚ ਹੰਕਾਰ, ਇੱਕ ਮਹਿਲ ਵਿੱਚ ਨਿਮਰਤਾ। ਆਖੋ ਵਾਹਿਗੁਰੂ। ਹੈ ਤੇਰੀ ਦਿੱਤੀ ਹੋਈ ਸੋਝੀ ਅਨਸਾਰੀ, ਹੈ ਤੇਰੇ ਨਿਜ਼ਮ ਅਨਸਾਰ ਹੀ ਜੀਵਨ ਚੱਲਦੇ। ਏਕ ਮਹਿਲ ਤੂੰ ਆਪੇ ਆਪੇ, ਏਕ ਮਹਿਲ ਗਰੀਬਾਂ ਨੂੰ। ਇੱਕ ਮਹਿਲ ਦੇ ਵਿੱਚ ਸਭ ਕੁਛ ਹੈ, ਇੱਕ ਮਹਿਲ ਗਰੀਬ ਹੈ। ਏਕ ਮਹਿਲ ਤੂੰ ਪੰਡਿਤ ਬਖਤਾ, ਏਕ ਮਹਿਲ ਖਲ ਹੋਤਾ। ਇੱਕ ਸੁਭਾਅ ਤੇ ਸੋਚ ਦੇ ਮਹਿਲ ਵਿੱਚ ਵਿਦਵਾਨ ਹੈ, ਵਿਦਵਤਾ ਹੈ, ਸੋਝੀ ਹੈ, ਗਿਆਨ ਹੈ। ਇੱਕ ਜੀਵਨ ਦੇ ਵਿੱਚ ਮੂਰਖਤਾਈ ਹੈ, ਖਲ ਹੋਤਾ। ਖਲ ਹੁੰਦਾ ਮੂਰਖ। ਏਕ ਮਹਿਲ ਤੂੰ ਸਭ ਕਿਛ ਗ੍ਰਾਹਜ, ਏਕ ਮਹਿਲ ਕਛੂ ਨਾ ਲੇਤਾ। ਇੱਕ ਜੀਵਨ ਦੇ ਵਿੱਚ ਐਸੀ ਰਚਨਾ ਰਚੀ ਹੋਈ ਹੈ ਕਿ ਉਹ ਦੂਜਿਆਂ ਤੋਂ ਵੀ ਖੋਹਦਾ ਹੈ, ਗ੍ਰਾਹਜ, ਦੂਜਿਆਂ ਦਾ ਹੱਕ ਮਾਰਦਾ ਹੈ। ਇੱਕ ਜੀਵਨ ਵਿੱਚ ਐਸੀ ਰਚਨਾ ਰਚੀ ਹੋਈ ਹੈ, ਕਛੂ ਨਾ ਲੇਤਾ। ਉਹ ਨਿਰਸਵਾਰਥ ਹੋ ਕੇ ਆਪਾ ਵਾਰ ਕੇ ਜੀਵਨ ਜਿਉਂਦਾ ਹੈ। ਇੱਕ ਦੂਜਿਆਂ ਤੋਂ ਖੋਹਦਾ ਹੈ ਤੇ ਇੱਕ ਆਪਣਾ ਵੀ ਦੂਜਿਆਂ ਲਈ ਵੰਡਦਾ। ਆਖੋ ਵਾਹਿਗੁਰੂ।
काठ की पुतरी कहाँ करे बपुरी खिलावन हारो जाना। ਇਹ ਸਰੀਰ ਤਾਂ ਇੱਕ ਕਾਠ ਦੀ ਪੁਤਲੀ ਹੈ, 5 ਤੱਤਾਂ ਦਾ ਪੁਤਲਾ ਹੈ। ਇਹਦੇ ਅੰਦਰ ਰੱਬ ਦੀ ਜੋਤ, ਉਹਦੇ ਚੋਂ ਨਿਕਲਿਆ ਮਨ ਤੇ ਮਨ ਦੀ ਸੋਝੀ ਉਸ ਪੁਤਲੀ ਨੂੰ ਖਿਡਾ ਰਹੀ ਹੈ। ਆਖੋ ਵਾਹਿਗੁਰੂ। ਸੋਝੀ ਅਨੁਸਾਰ ਇਹ ਮਨ ਦੇ ਪਿੱਛੇ ਲੱਗ ਕੇ ਚੱਲ ਰਹੀ ਹੈ। ਜੈਸਾ ਭੇਖ ਕਰਾਵੈ ਬਾਜੀਗਰ ਉਹ ਤੈਸੋ ਹੀ ਸਾਜ ਆਨਾ। ਜਿਵੇਂ ਬਾਜੀਗਰ ਜਿਸ ਤਰ੍ਹਾਂ ਦਾ ਖੇਡ ਖਿਡਾਉਂਦਾ ਹੈ ਆਪਣੀਆਂ ਪੁਤਲੀਆਂ ਤੋਂ, ਜਿਸ ਤਰ੍ਹਾਂ ਦਾ ਭੇਖ ਬਣਾ ਲੈਂਦਾ ਹੈ, ਉਸੇ ਤਰ੍ਹਾਂ ਦਾ ਉਹ ਸਾਜ, ਉਸ ਤਰ੍ਹਾਂ ਦਾ ਖੇਲ ਰਚ ਦਿੰਦਾ ਹੈ। ਇਸੇ ਤਰ੍ਹਾਂ ਅਨਕ ਕੋਠਰੀ ਬਹੁ ਭਾਂਤ ਕਰੀਆ ਆਪ ਹੋਆ ਰਖਵਾਰਾ। ਹਰ ਸਰੀਰ ਦੇ ਅੰਦਰ ਵੱਖ-ਵੱਖ ਤਰ੍ਹਾਂ ਦੇ ਅਣਗਿਣਤ ਕਿਸਮ ਦੇ ਸੁਭਾਅ, ਸੋਚ ਨੇ, ਨਜ਼ਰੀਆ ਹੈ। ਤੇਰੀ ਜੋਤ ਹਰ ਥਾਂ ਤੇ ਹੈ। ਫਰਕ ਇਤਨਾ ਹੈ, ਜਿਹੜੇ ਗੁਰੂ ਦੇ ਉਪਦੇਸ਼ ਤੋਂ ਆਪਣੀ ਸੋਝੀ ਦਾ ਦੀਵਾ ਜਗਾਉਣਾ ਸਿੱਖ ਜਾਂਦੇ ਨੇ। ਜੇ ਸ਼ਬਦ ਆਇਆ ਸੀ ਨਾ, ਪੋਥੀ ਪੁਰਾਣ ਕਮਾਈ ਹੈ। ਗੁਰੂ ਦੇ ਉਪਦੇਸ਼ ਨੂੰ ਮੰਨਣ ਦੇ ਨਾਲ, ਰੱਬ ਦੀ ਭੈ ਭਾਵਨੀ ਅੰਦਰ ਪੈਦਾ ਕਰਨ ਦੇ ਨਾਲ ਸੋਝੀ ਦਾ ਦੀਵਾ ਜਗ ਜਾਂਦਾ ਹੈ। ਜਿਨ੍ਹਾਂ ਨੇ ਗੁਰ ਗਿਆਨ ਦੀ ਜੋਤ ਦੇ ਨਾਲ, ਗੁਰੂ ਦੇ ਉਪਦੇਸ਼ ਨਾਲ ਸਾਂਝ ਪਾਈ, ਉਹਨਾਂ ਦੇ ਅੰਦਰ ਸੋਝੀ ਦਾ ਦੀਵਾ ਜਗ ਜਾਂਦਾ ਹੈ ਤੇ ਉਹਨਾਂ ਦਾ ਜੀਵਨ ਪ੍ਰਕਾਸ਼ਮਾਨ ਹੋ ਜਾਂਦਾ ਹੈ। ਜਿਹੜੇ ਇਸ ਸੋਝੀ ਤੋਂ ਸਖਣੇ ਰਹਿ ਜਾਂਦੇ, ਇਸ ਦੀਵੇ ਤੋਂ ਸਖਣੇ ਰਹਿ ਜਾਂਦੇ, ਗੁਰ ਗਿਆਨ ਦਾ ਦੀਵਾ ਅੰਦਰ ਨਾ ਜਗਾ ਸਕੇ, ਉਹਨਾਂ ਦਾ ਜ਼ਿੰਦਗੀ ਦਾ ਦਾਇਰਾ, ਸੋਚ ਸੁਭਾਅ ਦਾ ਦਾਇਰਾ ਸੁੰਗੜਿਆ ਰਹਿ ਜਾਂਦਾ ਹੈ। ਅਨੇਕ ਕੋਠਰੀ, ਅਨੇਕਾਂ ਹੀ ਸਰੀਰ, ਅਨੇਕਾਂ ਹੀ ਸੁਭਾਅ, ਅਨੇਕਾਂ ਹੀ ਸੋਚ ਦੀ ਕੋਠਰੀ। ਬਹੁਤ ਭਾਂਤ ਕਰ, ਗਿਣੀਆਂ ਨਹੀਂ ਜਾ ਸਕਦੀਆਂ। ਆਪ ਹੋਆ ਰਖਵਾਰਾ। ਵਾਹਿਗੁਰੂ ਜੀ, ਤੁਸੀਂ ਆਪ ਕੰਟਰੋਲਰ ਹੋ, ਨਿਜ਼ਮ ਤੁਹਾਡਾ ਚੱਲਦਾ ਹੈ, ਓਪਰੇਟਿੰਗ ਤੁਹਾਡੀ ਚੱਲਦੀ ਹੈ, ਓਪਰੇਟਰ ਤੁਸੀਂ ਆਪ ਹੋ। ਜੈਸੇ ਮਹਿਲ ਰਾਖੈ ਤੈਸੇ ਰਹਿਣਾ, ਕਿਆ ਇਹ ਕਰੈ ਵਿਚਾਰਾ। ਇਹਨੂੰ ਸੋਝੀ ਨਹੀਂ, ਵਿਚਾਰਾ ਮਨ ਨੂੰ ਸੋਝੀ ਨਹੀਂ। ਇਹ ਆਪਣੇ ਅਨੁਸਾਰ ਮਨ ਛਾਲਾ ਮਾਰਦਾ ਹੈ ਤੇ ਜਿਸ ਨਿਜ਼ਮ ਵਿੱਚ ਖੇਲਦਾ ਹੈ, ਉਸ ਨਿਜ਼ਮ ਅਨੁਸਾਰ ਤੁਸੀਂ ਫਿਰ ਉਹਨੂੰ ਜੀਵਨ ਦਾ ਮਹਿਲ ਦੇ ਦਿੰਦੇ ਹੋ। ਆਖੋ ਵਾਹਿਗੁਰੂ। ਜਿਨ ਕਿਛ ਕੀਆ ਸੋਈ ਜਾਨੈ, ਜਿਨ ਇਹ ਸਭ ਵਿਦ ਸਾਜੀ। ਇਸ ਜ਼ਿੰਦਗੀ ਦੇ ਖੇਲ ਨੂੰ ਪੂਰਾ ਉਹੀ ਜਾਣਦਾ ਹੈ ਜਿਹਨੇ ਜ਼ਿੰਦਗੀ ਦੀ ਖੇਲ ਸਾਜੀ ਹੈ। ਭਾਵ ਪੂਰਨ ਤਾਂ ਵਾਹਿਗੁਰੂ ਜੀ ਹੀ ਜਾਣਦੇ ਨੇ। ਇਸ ਤਰੀਕੇ ਨਾਲ ਉਹਨਾਂ ਨੇ ਇਹ ਸਾਰੀ ਜੀਵਨ ਦੀ ਬਾਜੀ ਅੰਦਰੋਂ ਸਾਜੀ ਹੋਈ ਹੈ। ਕਮਾਲ ਹੈ। ਮਾਤਾ ਦੇ ਗਰਭ ਵਿੱਚ ਸਰੀਰ ਬਣਦਾ ਹੈ। ਕਦੀ ਸੋਚਣਾ, ਸਰੀਰ ਦੇ ਵਿੱਚ ਨਾੜੀਆਂ ਬਣਦੀਆਂ ਨੇ, ਬੜੀਆਂ ਬਰੀਕ ਨਾੜੀਆਂ ਨੇ, ਹੱਡੀਆਂ ਬਣਦੀਆਂ ਨੇ, ਉੱਪਰ ਇੱਕ ਦਿਮਾਗ ਬਣ ਜਾਂਦਾ। ਆਖੋ ਵਾਹਿਗੁਰੂ। ਕਮਾਲ ਦਾ ਕੰਪਿਊਟਰ ਹੈ, ਮਾਤਾ ਦੇ ਗਰਭ ਵਿੱਚ ਬਣਦਾ ਹੈ। ਹੇਠਾਂ ਡਾਈਜੈਸਟਿਕ ਸਿਸਟਮ ਬਣ ਜਾਂਦਾ ਹੈ, ਹਾਰਟ ਬਣ ਜਾਂਦਾ ਹੈ, ਦਿਲ ਜਿਹੜਾ ਪੰਪਿੰਗ ਕਰਦਾ ਹੈ। ਪਰ ਉਹ ਦਿਲ ਦੀ ਪੰਪਿੰਗ ਮਾਤਾ ਦੇ ਗਰਭ ਵਿੱਚ ਸ਼ੁਰੂ ਹੋ ਜਾਂਦੀ ਹੈ, ਬਲੱਡ ਸਰਕੂਲੇਸ਼ਨ ਚੱਲ ਪੈਂਦਾ ਹੈ। ਇਹਦਾ ਨਿਊਰੋਨ ਸਿਸਟਮਸ, ਇਹਦਾ ਜੋ ਦਿਮਾਗੀ ਸਟਰਕਚਰ ਹੈ, ਉਹਦਾ ਸੋਚਣਾ, ਉਹਦੀ ਫੀਲਿੰਗ ਮਹਿਸੂਸ ਕਰਨਾ, ਉਹ ਵੀ ਮਾਤਾ ਦੇ ਗਰਭ ਵਿੱਚ ਸ਼ੁਰੂ ਹੋ ਜਾਂਦਾ ਹੈ। ਡਿਸਕਵਰੀ ਵਾਲਿਆਂ ਨੇ ਇੱਕ ਵੀਡੀਓ ਪਬਲਿਸ਼ ਕੀਤੀ ਸੀ, ਰਿਲੇ ਕੀਤੀ ਸੀ 3 ਘੰਟਿਆਂ ਦੀ। ਸ਼ਾਇਦ ਉਹ YouTube ਤੇ ਵੀ ਹੋਵੇ। ਬੇਬੀ ਇਨ ਦਾ ਮਦਰਜ਼ ਬੂਮ, ਬੱਚਾ ਮਾਤਾ ਦੇ ਗਰਭ ਵਿੱਚ। ਉਹਦੇ 'ਚ ਦਿਖਾਉਂਦੇ ਨੇ ਕਿ 7ਵੇਂ 8ਵੇਂ ਮਹੀਨੇ ਬੱਚਾ ਜਦੋਂ ਮਾਤਾ ਦੇ ਗਰਭ ਵਿੱਚ ਹੈ, ਆਸੇ ਪਾਸੇ ਦੀਆਂ ਆਵਾਜ਼ਾਂ ਆਉਂਦੀਆਂ ਨੇ, ਡਰਦਾ ਹੈ, ਕਦੀ ਖੁਸ਼ ਹੁੰਦਾ ਹੈ। ਉਹਨਾਂ ਨੇ ਬੜੇ ਕਲੋਜ਼ ਸਰਕਟ ਸੀਨ, ਅੱਜ ਕੱਲ੍ਹ ਮਾਡਰਨ ਟੈਕਨੋਲੋਜੀ ਹੈ, ਉਹਦੇ ਰਾਹੀਂ ਸੀਨ ਉਹਨਾਂ ਨੇ ਰਿਕਾਰਡ ਕੀਤੇ ਨੇ, ਵੀਡੀਓ ਸੀਨਸ। ਬੇਬੀ ਇਨ ਦਾ ਮਦਰਜ਼ ਬੂਮ, ਮਾਤਾ ਦੇ ਗਰਭ ਵਿੱਚ ਬੱਚੇ ਦੇ ਐਕਸਪ੍ਰੈਸ਼ਨਸ ਜਿਹੜੇ ਨੇ
ਉਹਦੇ ਮਸਤਕ ਦੇ ਹਾਵ ਭਾਵ, ਫੇਸ ਦੇ ਹਾਵ ਭਾਵ, ਇਹ ਸਾਰਾ ਕੁਝ ਜੋ ਅੰਦਰ ਸ਼ੁਰੂ ਹੋ ਜਾਂਦਾ ਹੈ, ਉਹਦੀ ਕੰਟਰੋਲਿੰਗ ਜਿਸ ਨਿਊਰੋਨ ਸਿਸਟਮ ਦੇ ਕੋਲ ਹੈ, ਦਿਮਾਗ ਦੇ ਕੋਲ ਹੈ। ਤੁਸੀਂ ਕਦੀ ਨੋਟ ਕਰਿਓ, ਅੱਖਾਂ ਵਿੱਚ ਕੁਝ ਪੈਂਦਾ ਹੈ ਨਾ, ਇੱਕਦਮ ਪੈਂਦਾ ਹੈ, ਵਿਦਿਨ ਸੈਕਿੰਡ ਦਿਮਾਗ ਸਾਡੀਆਂ ਅੱਖਾਂ ਨੂੰ ਇੱਕ ਮੈਸੇਜ ਦਿੰਦਾ ਹੈ, ਇਹ ਸ਼ਟਰ ਬੰਦ ਹੋ ਜਾਂਦੇ ਨੇ, ਅੱਖਾਂ ਬੰਦ ਹੋ ਜਾਂਦੀਆਂ, ਅੱਖ 'ਚ ਨਾ ਪੈ ਜੇ। ਇੱਕ ਚੀਜ਼ ਹੋਰ ਨੋਟ ਕਰਿਓ, ਵਾਹਿਗੁਰੂ ਜੀ ਨੇ ਸਾਡੀਆਂ ਕੂਹਣੀਆਂ ਹਾਰਡ ਬਣਾਈਆਂ ਨੇ, ਮੋਢਿਆਂ 'ਤੇ ਜੁਆਇੰਟ ਨੇ, ਇੱਥੋਂ ਹਾਰਡ ਹੈ, ਇਹ ਹਿੱਪ ਵਾਲੇ ਥਾਂ 'ਤੇ ਮਾਸ ਜ਼ਿਆਦਾ ਲਾਇਆ ਹੋਇਆ। ਜਦੋਂ ਕਿਤੇ ਬੰਦਾ ਡਿੱਗਦਾ ਹੈ, ਤੁਸੀਂ ਦੇਖਿਓ ਦਿਮਾਗ ਉਸੇ ਵੇਲੇ ਵਿਦਿਨ ਸੈਕਿੰਡ ਮੈਸੇਜ ਦਿੰਦਾ ਹੈ, ਕੂਹਣੀ, ਮੋਢਾ, ਗੋਡਾ, ਹਿੱਪ, ਇਹਨਾਂ ਵਿੱਚੋਂ ਕੋਈ ਨਾ ਕੋਈ ਚੀਜ਼ ਪਹਿਲਾਂ ਧਰਤੀ 'ਤੇ ਲੱਗੇਗੀ। ਸੱਟ ਇਸ ਲਈ ਇਸ 'ਤੇ ਵੱਜਦੀ ਹੈ ਤਾਂ ਕਿ ਬਾਕੀ ਸਰੀਰ ਬਚ ਜਾਵੇ। ਐਸਾ ਆਪਰੇਟਿੰਗ ਸਿਸਟਮ ਹੈ ਨਿਊਰੋਨਸ। Who is a controller? Who is a operator? Who is operating to our neuron system? ਕੌਣ ਹੈ ਉਸ ਯੂਨੀਵਰਸ ਦੇ ਸਾਰੇ ਸਿਸਟਮ ਨੂੰ ਆਪਰੇਟ ਕਰਨ ਵਾਲਾ? ਕੌਣ ਹੈ ਜੋ ਇਸ ਸਾਰੇ ਸਿਸਟਮ ਨੂੰ ਕੰਟਰੋਲ ਕਰਨ ਵਾਲਾ? ਗੁਰਮਤਿ ਇਹ ਕਹਿੰਦੀ ਹੈ ਕਿ ਜਿਨ ਕਿਛ ਕੀਆ ਸੋਈ ਜਾਣੈ, ਜਿਨ ਇਹ ਸਭ ਵਿਦ ਸਾਜੀ, ਜਿਹਨੇ ਇਹਦੀ ਸਾਜਨਾ ਕੀਤੀ ਹੈ, ਉਹ ਵਾਹਿਗੁਰੂ ਦੀ ਜੋਤ ਹੀ ਇਸ ਦੀ ਕੰਟਰੋਲਰ ਹੈ। ਕਹ ਨਾਨਕ ਅਪਰੰਪਰ ਸੁਆਮੀ, ਕੀਮਤ ਆਪਣੇ ਕਾਜੀ। ਨਾਨਕ ਜੀ ਕਹੋ, ਉਹ ਪਰੇ ਤੋਂ ਪਰੇ ਹੈ ਪਰੰਪਰ, ਸੁਆਮੀ ਮਾਲਕ ਹੈ, ਉਸਨੇ ਆਪਣੀ ਕੀਤੀ ਹੋਈ, ਪੈਦਾ ਕੀਤੀ ਹੋਈ ਇਹ ਜੀਵਨ ਦੀ ਬਾਜੀ ਦੀ ਕੀਮਤ, ਵੈਲਿਊ ਉਹੀ ਸਮਝਦੇ ਨੇ। ਤੇ ਵਾਹਿਗੁਰੂ ਜੀ ਨੂੰ ਸਰੈਂਡਰ ਹੋ ਕੇ ਜੀਵਨ ਦੀ ਵੈਲਿਊ ਸਮਝ ਆਉਂਦੀ ਹੈ। ਜਦੋਂ ਵਾਹਿਗੁਰੂ ਜੀ ਨੂੰ ਸਰੈਂਡਰ ਹੋਣਾ ਹੈ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ, ਗੁਰੂ ਨਾਲ ਮਿਲਾਪ ਹੁੰਦਾ ਹੈ ਤੇ ਗੁਰ ਸਰੂਪ ਨੇ, ਗੁਰ ਉਪਦੇਸ਼ ਨੇ ਸੋਝੀ ਕਰਾਉਣੀ ਹੈ। ਆਖੋ ਵਾਹਿਗੁਰੂ। ਸਾਇੰਸ ਲੱਭ ਰਹੀ ਹੈ ਉਹ ਤੱਤ, ਉਹ ਕਣ ਜਿਹਦੇ ਤੋਂ ਬਾਕੀ ਸਾਰਾ ਕੁਝ ਆਪਰੇਟ ਹੋ ਰਿਹਾ ਹੈ। ਉਹਦੇ ਬਾਰੇ ਸਟੀਫਨ ਹਾਕਿੰਸ ਨੇ ਕਾਫੀ ਕੁਝ ਲਿਖਿਆ। ਸਾਰੀ ਜ਼ਿੰਦਗੀ ਉਹ ਵੀਲ ਚੇਅਰ 'ਤੇ ਸਾਇੰਟਿਸਟ, ਚੋਟੀ ਦਾ, ਅੱਜ ਦੇ ਯੁੱਗ ਵਿੱਚ ਸਭ ਤੋਂ ਵੱਡਾ ਚੋਟੀ ਦਾ ਸਾਇੰਟਿਸਟ ਮੰਨਿਆ, ਪਰ ਉਹ ਸਾਰੀ ਜ਼ਿੰਦਗੀ ਵੀਲ ਚੇਅਰ 'ਤੇ ਬਿਤਾ ਕੇ ਇਸ ਸੰਸਾਰ ਤੋਂ ਚਲਿਆ ਗਿਆ। ਉਹਨੇ ਸ਼ਾਇਦ ਗੋਡ ਤੱਤ ਦੀ, ਗੋਡ ਐਲੀਮੈਂਟ ਦੀ ਗੱਲ ਕੀਤੀ, ਪਰ ਹਾਲੇ ਲੱਭਿਆ ਨਹੀਂ ਸੰਸਾਰ ਨੂੰ, ਸਾਇੰਸ ਨੂੰ। ਪਰ ਗੁਰੂ ਸਾਹਿਬਾਨਾਂ ਨੇ, ਪੀਰ ਪੈਗੰਬਰ ਔਲੀਆਂ ਨੇ, ਰੱਬੀ ਉਪਦੇਸ਼ਕਾਂ ਨੇ ਉਹਨੂੰ ਵੱਖ-ਵੱਖ ਨਾਮ ਦਿੱਤੇ। ਗੁਰਬਾਣੀ ਅੰਦਰ ਉਹ ਸਾਰੇ ਨਾਮ ਉਸ ਸ਼ਕਤੀ ਪ੍ਰਤੀ ਵਰਤੇ ਗਏ ਨੇ। ਅਪਰੰਪਰ ਸੁਆਮੀ ਵਰਤਿਆ ਗਿਆ। ਆਪਾਂ ਆਮ ਤੌਰ 'ਤੇ ਕਾਮਨ ਵਾਹਿਗੁਰੂ ਸ਼ਬਦ ਵਰਤਦੇ ਹਾਂ। ਆਖੋ ਵਾਹਿਗੁਰੂ। ਉਸੇ ਨੂੰ ਸਮਰਪਿਤ ਹੋਣਾ ਧਰਮ ਹੈ। ਗੌੜੀ ਮਹੱਲਾ ਪੰਜਵਾਂ, ਅਗਲਾ ਸ਼ਬਦ ਗੌੜੀ ਰਾਗ ਦਾ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਇਸ ਗੌੜੀ ਦੇ ਹੇਠਾਂ ਦੋ ਭਾਵ ਦੂਜੇ ਘਰ ਵਿੱਚ ਗਾਉਣ ਦਾ ਹੁਕਮ ਹੈ। ਸਤਿਗੁਰੂ ਜੀ ਇਸ ਵਿੱਚ ਸਾਡੇ ਮਨ ਨੂੰ ਕਹਿ ਰਹੇ ਨੇ, ਛੋੜ ਛੋੜ ਰੇ ਵਿਖਿਆ ਕੇ ਰਸੂਆ ਐ ਮਨਾ। ਤੂੰ ਜ਼ਿੰਦਗੀ ਵਿੱਚ ਜਦੋਂ ਕੁਸੰਗ ਕੀਤਾ ਹੈ, ਕੁਸੰਗੀਆਂ ਨੇ ਜਿਹੜੀ ਤੈਨੂੰ ਪੱਟੀ ਪੜਾਈ ਨਾ, ਉਹ ਚੰਗੀ ਨਹੀਂ ਸੀ। ਆਖੋ ਵਾਹਿਗੁਰੂ। ਕੁਸੰਗੀਆਂ ਨੇ ਜੋ ਤੇਰੇ ਕੰਨਾਂ ਵਿੱਚ ਗੱਲਾਂ ਪਾਈਆਂ, ਜੋ ਤੇਰੇ ਮਨ ਵਿੱਚ ਵਸਾ ਦਿੱਤੀਆਂ, ਇਹ ਕੁਸੰਗ ਹੀ ਹੈ। ਜਦੋਂ ਮਨ ਵਿੱਚ ਵਸਾ ਦਿੰਦਾ ਨਾ, ਉਹਨੂੰ ਲੱਗਦਾ ਕਿ ਕੇਸਾਂ ਦੀ ਲੋੜ ਨਹੀਂ ਹੈ। ਉਹ ਗੁਰੂ ਦੀ ਸਿੱਖੀ ਦਾ ਆਪ ਖੁਦ ਕਾਤਲ ਬਣ ਜਾਂਦਾ। ਆਖੋ ਵਾਹਿਗੁਰੂ। ਤੇ ਜਦੋਂ ਕੇਸ ਕੱਟਦਾ ਹੈ ਨਾ, ਫਿਰ ਕੁਦਰਤ ਦੇ ਨਾਲ ਇੱਕ ਐਸੀ ਜੰਗ ਸ਼ੁਰੂ ਕਰ ਲੈਂਦਾ ਏ। ਇਹ ਕੱਟਦਾ ਹੈ, ਕੁਦਰਤ ਫਿਰ ਦਿੰਦੀ ਹੈ, ਫਿਰ ਕੱਟਦਾ ਹੈ, ਕੁਦਰਤ ਫਿਰ ਦਿੰਦੀ ਹੈ, ਔਰ ਇਹ ਜੰਗ ਲੜਦਾ ਔਰ ਨਿਤ ਜੰਗ ਹਾਰਦਾ। ਆਖੋ ਵਾਹਿਗੁਰੂ। ਕੁਸੰਗੀਆਂ ਨੇ ਤੇਰੇ ਅੰਦਰ ਜ਼ਹਿਰ ਭਰ ਦਿੱਤੀ।
ਉਹ ਤੇਰੇ ਅੰਦਰ ਵਿਚਾਰ ਬਣ ਗਏ, ਕਿਉਂਕਿ ਮਿੱਠੀ ਲੱਗਦੀ ਸੀ ਉਹ ਗੱਲ। ਉਹ ਸੋਚ ਬਣ ਗਈ, ਉਹ ਸੰਸਕਾਰ ਬਣ ਕੇ ਗਹਿਰੇ ਤਲ ਤੇ ਬੈਠੇ ਨੇ। ਆਖੋ ਵਾਹਿਗੁਰੂ। ਉਸ ਕਰਕੇ ਮਨ ਵਾਰ-ਵਾਰ ਉਹਨਾਂ ਰਸਾਂ ਵੱਲ ਭੱਜਦਾ ਹੈ। ਐ ਮਨਾ, ਛੋੜ ਛੋੜ ਰੇ ਵਿਖਿਆ ਕੇ ਰਸੂਆ। ਇਹ ਬੇਕਾਰਾਂ ਦੀ ਜ਼ਹਿਰ ਦੇ ਰਸਾਂ ਨੂੰ ਛੱਡ। ਰਸੂਆ, ਤੂੰ ਰਸ ਮਾਨਣ ਵਾਲਾ ਬਣ ਗਿਆ। ਮਨਾ ਛੱਡ। ਉਰਜ ਰਹਿਓ ਰੇ ਬਾਵਰ ਗਾਵਰ, ਜਿਉਂ ਕਿਰਖੈ ਹਰਿਆਇਓ ਪਸ਼ੂਆ ਰਹਾਓ। ਸੈਂਟਰਲ ਆਈਡੀਆ ਹੈ। ਐ ਮਨਾ, ਤੂੰ ਉਲਝ ਰਿਹਾ ਹੈ। ਬਾਵਰ, ਤੂੰ ਪਾਗਲ ਹੈ। ਪਾਗਲ ਹੋ ਕੇ ਤੂੰ ਪਸ਼ੂ ਬਣ ਗਿਆ ਹੈ। ਜਿਵੇਂ ਇੱਕ ਪਸ਼ੂ ਹਰੇ ਭਰੇ ਖੇਤ ਵਿੱਚ ਕੁੱਦਦਾ ਹੈ, ਉਛਲਦਾ ਹੈ, ਖਾਂਦਾ ਹੈ, ਔਰ ਉਹ ਇੰਨਾ ਮਸਤ ਹੋ ਜਾਂਦਾ ਉਹਨੂੰ ਪਤਾ ਹੀ ਨਹੀਂ ਉਹ ਨੁਕਸਾਨ ਵੱਧ ਕਰਦਾ ਹੈ, ਖਾਂਦਾ ਘਾਟਾ ਖਵਾਏ। ਪਸ਼ੂ ਉਹਨਾਂ ਖਾਂਦਾ ਨਹੀਂ ਜਿੰਨਾ ਨੁਕਸਾਨ ਕਰਦਾ ਹੈ। ਇਹ ਮਨ ਜਦੋਂ ਕੁਸੰਗੀ ਸੰਸਕਾਰਾਂ 'ਚ ਫੈਸਲੇ ਲੈਂਦਾ ਨਾ, ਪ੍ਰਾਪਤੀਆਂ ਉਨੀਆਂ ਨਹੀਂ ਕਰਦਾ ਜਿਤਨਾ ਆਪਣੀ ਜ਼ਿੰਦਗੀ ਵਿੱਚ ਫਿਊਚਰ ਨੂੰ ਤਬਾਹ ਕਰਨ ਦੇ ਬੀਜ ਬੈਠਦਾ। ਆਖੋ ਵਾਹਿਗੁਰੂ। ਐ ਮਨਾ, ਤੂੰ ਉਲਝ ਗਿਆ, ਤੂੰ ਪਸ਼ੂ ਦੀ ਜੂਨੀ 'ਚ ਪਿਆ। ਸਰੀਰ ਤੇਰਾ ਮਨੁੱਖ ਵਾਲਾ ਹੈ, ਤੇਰੀ ਕਰਮ ਮਨਾ ਪਸ਼ੂਆਂ ਵਾਲੇ ਨੇ। ਆਖੋ ਵਾਹਿਗੁਰੂ। ਜੋ ਜਾਨਾ ਹੈ ਤੂੰ ਆਪਣੇ ਕਾਜੈ, ਸੋ ਸੰਗ ਨ ਚਾਲੈ ਤੇਰਾ ਤਸੂਆ। ਜਿਸ ਨੂੰ ਤੂੰ ਆਪਣੇ ਸਮਝ ਕੇ ਜਿਸ ਉਲਝਣ ਤਾਣੀ ਵਿੱਚ ਫਸ ਰਿਹਾ ਨਾ, ਉਹ ਦੁੱਖਾਂ ਸੁੱਖਾਂ ਦੇ ਕ੍ਰਿਟੀਕਲ ਹਾਲਾਤਾਂ 'ਚ ਇਹਨੇ ਤੇਰਾ ਸਾਥ ਨਹੀਂ ਦੇਣਾ। ਆਖੋ ਭਾਈ, ਸੰਗ ਨਹੀਂ ਜਾਣਾ। ਜਿਸ ਨੂੰ ਤੂੰ ਪ੍ਰਾਪਤੀਆਂ ਮੰਨੀ ਬੈਠਾ ਹੈ ਨਾ, ਇੱਕ ਦਿਨ ਤੈਨੂੰ ਪਛਤਾਵਾ ਲੱਗਣਾ ਹੈ, ਪ੍ਰਾਪਤੀਆਂ ਨਹੀਂ ਹੈ। ਇਹਦੇ ਨਾਲ ਤੂੰ ਉਲਝਣ ਤਾਣੀ ਵਿੱਚ ਚਿੰਤਾਵਾਂ ਦੀ ਐਸੀ ਪੰਡ ਚੁੱਕੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ, ਇੱਕ ਦਿਨ ਤੈਨੂੰ ਮਹਿਸੂਸ ਹੋਏਗਾ, ਕਰਨੋ ਹੋਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਧ, ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਬਤ ਅੰਧ। ਜੋ ਕਰਨਾ ਸੀ ਉਹ ਨਹੀਂ ਕੀਤਾ, ਕਰਨੋ ਹੋਤੋ ਸੋ ਨਾ ਕੀਓ, ਉਹ ਕੀਤਾ ਨਹੀਂ। ਪਰਿਓ ਲੋਭ ਕੈ ਫੰਧ, ਦੁਨਿਆਵੀ ਪ੍ਰਾਪਤੀਆਂ ਦੇ ਲਈ ਤਰਲੋ ਮੱਛੀ ਹੋ ਕੇ ਤੂੰ ਲੋਭ ਦੇ ਫੰਦੇ ਵਿੱਚ ਫਸ ਗਿਆ। ਪਰਿਓ ਲੋਭ ਕੈ ਫੰਧ, ਨਾਨਕ ਸਮਿਓ ਰਮ ਗਇਓ, ਇੱਕ ਦਿਨ ਤੈਨੂੰ ਮਹਿਸੂਸ ਹੋਏਗਾ ਸਮਾਂ ਲੰਘ ਗਿਆ। ਆਖੋ ਵਾਹਿਗੁਰੂ। ਬਚਪਨ ਵਿੱਚ ਬੱਚੇ ਨੂੰ ਗੁਰਬਾਣੀ ਵਿਰਸਾ ਨਾ ਸਿਖਾਇਆ, ਕਾਰਨ ਕੁਝ ਵੀ ਹੋ ਸਕਦਾ ਹੈ, ਪਰ ਉਹਦਾ ਬਚਪਨ ਦੁਬਾਰੇ ਨਹੀਂ ਆਉਣਾ। ਕੱਢਤਾ ਖਾਲੀ। ਟੀਨ ਏਜ ਦੇ ਵਿੱਚ ਗੁਰੂ ਵਿਰਸਾ ਨਾ ਸਿਖਾਇਆ, ਉਹਦਾ ਟੀਨ ਏਜ ਵਾਪਸ ਨਹੀਂ ਆਉਣਾ। ਆਖੋ ਵਾਹਿਗੁਰੂ। ਫਿਰ ਨੀਂਹ ਕੱਚੀ ਰਹਿ ਜਾਏਗੀ, ਫਿਰ ਉਹ ਜ਼ਿੰਮੇਵਾਰੀਆਂ, ਪਰਿਵਾਰਕ ਜ਼ਿੰਮੇਵਾਰੀਆਂ 'ਚ ਉਲਝ ਜਾਏਗਾ, ਫਿਰ ਉਹਦੇ ਕੋਲ ਸਮਾਂ ਨਹੀਂ ਰਹੇਗਾ। ਇਸ ਲਈ ਨਾਨਕ ਸਮਿਓ ਰਮ ਗਇਓ, ਫਿਰ ਜ਼ਿੰਦਗੀ ਦੇ ਇੱਕ ਪੜਾਅ ਤੇ ਤੈਨੂੰ ਮਹਿਸੂਸ ਹੋਏਗਾ ਹੁਣ ਤਾਂ ਸਮਾਂ ਲੰਘ ਗਿਆ। ਅਬ ਕਿਉਂ ਰੋਵਤ ਅੰਧ, ਹੁਣ ਕਿਉਂ ਰੋ ਰਿਹਾ ਬਈ, ਮੌਕੇ ਤੇ ਨਾ ਸਮਝਿਆ। ਜੋ ਜਾਣਾ ਤੂੰ ਆਪਣੇ ਕਾਜ ਹੈ। ਇਹ ਪੰਕਤੀ, ਜਿਨ੍ਹਾਂ ਨੂੰ ਤੂੰ ਆਪਣੇ ਕਾਰਜ ਸਮਝੀ ਜਾਂਦਾ ਨਾ, ਸੋ ਸੰਗ ਨਾ ਚੱਲੈ ਤੇਰਾ ਤਸੂਆ। ਕ੍ਰਿਟੀਕਲ ਹਾਲਾਤ ਦੇ ਵਿੱਚ ਉੱਥੇ ਤੈਨੂੰ ਇਹਨਾਂ ਨੇ ਸਾਥ ਨਹੀਂ ਦੇਣਾ। ਨਾਂਗੋ ਆਇਓ ਨਾਂਗ ਸਿਧਾਸੀ, ਫੇਰ ਫਿਰਿਓ ਅਰਕਾਲ ਗਰਸੂਆ। ਤੂੰ ਆਇਆ ਸੀ ਨਗਨ, ਜਾਏਗਾ ਨਗਨ। ਨਾ ਕੁਛ ਲੈ ਕੇ ਆਇਆ ਸੀ, ਨਾ ਤੇਰੇ ਨਾਲ ਜਾਣਾ। ਆ ਜਿਹੜੀ ਜ਼ਿੰਦਗੀ, ਇਹਦੀ ਵੈਲਿਊ ਨਾ ਸਮਝੀ, ਫੇਰ ਫਿਰਿਓ, ਤੇਰਾ ਮਨ ਜੂਨੀਆਂ 'ਚ ਫੇਰੇ ਪਾ ਰਿਹਾ। ਜਿੰਨੀਆਂ ਪਸ਼ੂ ਪ੍ਰਵਿਰਤੀਆਂ, ਜਾਨਵਰ ਪ੍ਰਵਿਰਤੀਆਂ ਦੇ ਔਗਣ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੇ ਗਏ ਨੇ, ਉਹਨਾਂ ਔਗਣਾਂ ਦੇ ਕਾਰਨ ਉਹ ਕਿਸ ਤਰ੍ਹਾਂ ਦੇ ਦੁੱਖਾਂ ਦੇ ਜਾਲ ਵਿੱਚ ਫਸਦੇ ਨੇ, ਇਹ ਬਹੁਤ ਸਾਰੀਆਂ ਅਣਗਿਣਤ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ 'ਚ ਆਈਆਂ ਨੇ, ਸੀਨ ਪੇਸ਼ ਕੀਤੇ ਨੇ। ਉਹ ਸਾਰੇ ਦੇ ਸਾਰੀਆਂ ਆਦਤਾਂ ਜਦੋਂ ਮਨ ਵਿੱਚ ਆਉਂਦੀਆਂ ਨੇ ਤੇ ਮਨ ਉਸੇ ਜੂਨੀ ਵਿੱਚ ਫੇਰਾ ਪਾ ਰਿਹਾ। ਫੇਰ ਫਿਰਿਓ, ਸਰੀਰ ਤੇਰੇ ਕੋਲੇ ਮਨੁੱਖ ਦਾ ਹੈ, ਤੇਰਾ ਮਨ ਜੂਨੀਆਂ 'ਚ ਫਿਰ ਰਿਹਾ। ਅਰਕਾਲ ਗਰਸੂਆ, ਕਿਉਂਕਿ ਆਤਮਿਕ ਮੌਤ ਆ ਗਈ ਹੈ ਮਨ ਨੂੰ, ਗੁਣਾਂ ਦੀ ਮੌਤ ਆ ਗਈ ਹੈ, ਔਗਣਾਂ ਦੇ ਵਿੱਚ ਜੂਨੀਆਂ ਦੇ ਵਿੱਚ ਗਰਸਿਆ ਹੋਇਆ। ਆਖੋ ਵਾਹਿਗੁਰੂ। ਪੇਖ ਪੇਖ ਰੇ ਕੁਸੁੰਭ ਕੀ ਲੀਲਾ,
ਰਾਚ ਮਾਚ ਤਿਨਹੂ ਲਓ ਹਸੂਆ। ਉਹ ਜਿਹੜੀ ਲੀਲਾ, ਜਿਹੜੀਆਂ ਪ੍ਰਾਪਤੀਆਂ, ਸਬਜ ਵਾਗ, ਸੁਪਨੇ, 10 ਸਾਲਾਂ ਨੂੰ ਇੱਦਾਂ ਕਰ ਲਾਂਗਾ ਮੈਂ, 10 ਸਾਲਾਂ ਤੱਕ ਰਾਹ ਹੋ ਜਾਏਗਾ। ਉਹ ਜਿਹੜੇ ਸੁਪਨੇ ਦੇਖ ਰਹੇ ਨਾ, ਕੁਸੁੰਬੇ ਦੇ ਫੁੱਲ ਵਾਂਗੂ ਪਿਆਰਿਆ, ਉਹ ਕੱਚਾ ਰੰਗ ਹੈ। ਆਖੋ ਵਾਹਿਗੁਰੂ। ਕੁਸੁੰਬ ਕੀ ਲੀਲਾ, ਕੁਸੁੰਬੜਾ ਫੁੱਲ, ਉਹਨੂੰ ਘੋਲ ਕੇ ਰੰਗ ਚਾੜ ਲੈਂਦੇ ਸੀ ਕੱਪੜੇ ਤੇ, 3-4 ਕੁ ਦਿਨਾਂ 'ਚ ਧੁੱਪ 'ਚ ਉੱਡ ਜਾਂਦਾ ਸੀ। ਇਸ ਤਰ੍ਹਾਂ ਜਿਸ ਨੂੰ ਤੂੰ ਪੇਖ ਕੇ ਖੁਸ਼ ਹੋ ਰਿਹਾ ਨਾ, ਰਚ ਰਿਹਾ ਉਸ ਵਿੱਚ ਰਾਚ ਮਾਚ ਤਿਨਹੂ ਲਓ ਹਸੂਆ, ਤੇ ਖੁਸ਼ ਹੋ ਰਿਹਾ ਤੂੰ ਛੋਟੀਆਂ ਛੋਟੀਆਂ ਪ੍ਰਾਪਤੀਆਂ ਤੇ। ਇੱਕ ਸੁੰਬੇ ਦੇ ਫੁੱਲ ਵਾਂਗ ਹੈ ਪਿਆਰਿਆ। ਜ਼ਿੰਦਗੀ ਦੇ ਉਤਰਾ ਚੜ੍ਹਾ ਤੇ ਇਹਨਾਂ ਨੇ ਕੰਮ ਨਹੀਂ ਦੇਣਾ। ਆਖੋ ਵਾਹਿਗੁਰੂ। ਤੀਜਤ ਡੋਰ ਦਿਨਸ ਅਰ ਰਹਿਣੀ, ਜੀਅ ਕੋ ਕਾਜ ਨ ਕੀਨੋ ਕਛੂਆ। ਤੇਰੀ ਸਵਾਸਾਂ ਦੀ ਡੋਰੀ ਸਿੱਜਦੀ ਜਾ ਰਹੀ ਹੈ, ਕਮਜ਼ੋਰ ਹੁੰਦੀ ਜਾ ਰਹੀ ਹੈ, ਯਾਨੀ ਉਮਰ ਘਟਦੀ ਜਾ ਰਹੀ ਹੈ। ਦਿਨਸ ਅਰ ਰਹਿਣੀ, ਦਿਨ ਰਾਤ ਕਰਕੇ ਜ਼ਿੰਦਗੀ ਦੀ ਵੈਲਿਊ ਸਮਝ। ਜੀਅ ਕੋ ਕਾਜ, ਤੇਰੇ ਅੰਦਰਲੇ ਜੀਵਨ ਵਾਸਤੇ ਜਿਹੜਾ ਕਾਰਜ ਹੋਣਾ ਚਾਹੀਦਾ ਹੈ, ਨਾ ਕੀਨੋ ਕਛੂਆ, ਉਹਦੇ ਲਈ ਕਰਨ ਵਾਸਤੇ ਤੇਰੇ ਕੋਲ ਟਾਈਮ ਹੀ ਕੋਈ ਨਹੀਂ। ਆਖੋ ਭਾਈ, ਟਾਈਮ ਹੈ ਤਾਂ ਤੇਰੇ ਕੋਲ ਪਲਾਨ ਕੋਈ ਨਹੀਂ। ਆਪਾਂ ਗੁਰੂ ਕੇ ਗੁਰਸਿੱਖ ਹਾਂ। ਇੱਕ ਸਵਾਲ ਆਪਣੇ ਸਾਹਮਣੇ ਰੱਖੀਏ, ਜੇ ਗੁਰੂ ਕੇ ਗੁਰਸਿੱਖ ਹਾਂ, ਗੁਰਬਾਣੀ ਪੜ੍ਹ ਰਹੇ ਹਾਂ, ਜੇ ਸਮਝ ਨਹੀਂ ਆਉਂਦੀ ਤੇ ਅਰਥ ਸਿੱਖਣ ਵਾਸਤੇ ਯਤਨ ਕਿਉਂ ਨਹੀਂ ਕੀਤੇ? ਅਰਥ ਸਮਝ ਆਏ ਤਾਂ ਰਮਜਾਂ ਸਿੱਖਣ ਵਾਸਤੇ ਯਤਨ ਕਿਉਂ ਨਹੀਂ ਕੀਤੇ? ਗੁਰਬਾਣੀ ਗ੍ਰਾਮਰ ਸਿੱਖਣ ਵਾਸਤੇ ਯਤਨ ਕਿਉਂ ਨਹੀਂ ਕੀਤੇ? ਸ਼ੁਕਰ ਤੁਸੀਂ ਉਹਨਾਂ ਵਿੱਚੋਂ ਹੋ ਜਿਨ੍ਹਾਂ ਨੂੰ ਪਲੇਟਫਾਰਮ ਮਿਲਿਆ, ਇੱਕ ਸਾਧਨ ਮਿਲ ਗਿਆ, ਇੱਕ ਸੋਰਸ ਮਿਲ ਗਿਆ, ਸਿੱਖਣ ਤੁਰੇ ਹੋ। ਮੈਂ ਕੋਸ਼ਿਸ਼ ਕਰਾਂਗਾ ਜਦੋਂ ਸਮਾਂ ਮਿਲਿਆ ਇਸ ਰਿਕਾਰਡਿੰਗ ਤੋਂ ਬਾਅਦ, ਗੁਰਬਾਣੀ ਗ੍ਰਾਮਰ ਦੇ ਉੱਪਰ ਵੀ ਇੱਕ ਵੱਖਰੀ ਸੀਰੀਜ਼ ਤੁਹਾਡੇ ਤੱਕ ਪਹੁੰਚਾਵਾਂਗਾ। ਮੇਰੀ ਜ਼ਿੰਦਗੀ ਦਾ ਇੱਕ ਸੁਪਨਾ ਹੈ, ਅਰਦਾਸ ਕਰਿਓ ਪੂਰਾ ਹੋ ਜਾਵੇ। ਪਤਾ ਨਹੀਂ ਸਵਾਸ ਕਿੰਨੇ ਕੁ ਨੇ। ਇੱਕ ਡਿਜੀਟਲ ਅਕੈਡਮੀ ਬਣਾਉਣੀ ਹੈ, ਪੰਜਾਬੀ ਸਿਖਾਉਣ ਵਾਸਤੇ ਕਲਾਸਿਸ YouTube ਤੇ ਪਾ ਦੇਣੀਆਂ ਨੇ। ਗੁਰਬਾਣੀ ਗ੍ਰਾਮਰ ਸਿੱਖਣ ਵਾਸਤੇ ਕਲਾਸਿਸ ਰਿਕਾਰਡ ਕਰਕੇ YouTube ਤੇ ਪਾ ਦੇਣੀਆਂ ਨੇ। ਇੱਕ ਫ੍ਰੀ ਡਿਜੀਟਲ ਲਾਇਬ੍ਰੇਰੀ ਉੱਥੇ YouTube ਚੈਨਲ ਤੇ ਗੁਰਗਿਆਨ TV ਤੇ ਜਾਵੇ, ਉੱਥੋਂ ਸਿੱਖਣ ਨੂੰ ਮਿਲੇ। ਐਸਾ ਸੁਪਨਾ ਹੈ। ਗੁਰੂ ਪਾਤਸ਼ਾਹ ਕਿਰਪਾ ਕਰ। ਸਤਿਗੁਰੂ ਕਹਿੰਦੇ ਤੂੰ ਉਲਝ ਗਿਆ ਪਿਆਰਿਆ, ਜੋ ਕਾਰਜ ਨੇ ਉਹ ਨਹੀਂ ਕਰ ਰਿਹਾ। ਕਰਤ ਕਰਤ ਇਬਹੀ ਬਿਰਧਾਨੋ, ਹਾਰਿਓ ਉਕਤੇ ਤਨ ਖੀਨਸੂਆ। ਕਰਤ ਕਰਤ, ਇੱਦਾਂ ਕਰ ਕਰਕੇ ਛੋਟੀਆਂ ਛੋਟੀਆਂ ਪ੍ਰਾਪਤੀਆਂ ਨੂੰ ਜ਼ਿੰਦਗੀ ਦੀਆਂ ਵੱਡੀਆਂ ਪ੍ਰਾਪਤੀਆਂ ਸਮਝੀ ਬੈਠਾ ਹੈ। ਉਹ ਪ੍ਰਾਪਤੀਆਂ ਬਹੁਤ ਛੋਟੀਆਂ ਨੇ, ਉਲਝਣ ਤਾਣੀ ਬਹੁਤ ਵੱਡੀ ਬਣਾਈ ਜਾ ਰਹੇ ਆਪਣੇ ਚਾਰ ਸਵੇਰੇ। ਉਹਦੇ ਵਿੱਚ ਜੋ ਉਲਝਦਾ ਜਾ ਰਿਹਾ ਹੈ, ਕਰ ਕਰਕੇ ਇਬਹੀ ਬਿਰਧਾਨੋ, ਇਸੇ ਤਰੀਕੇ ਨਾਲ ਬੁੱਢਾ ਹੋ ਜਾਂਦਾ। ਆਖੋ ਵਾਹਿਗੁਰੂ। ਬਿਰਧਾਨੋ, ਹਾਰਿਓ ਉਕਤੇ ਤਨ ਖੀਨਸੂਆ, ਤੇ ਇਹਦਾ ਜਿਹੜਾ ਸਰੀਰ ਹੈ ਨਾ, ਉਹ ਕਮਜ਼ੋਰ ਹੋ ਗਿਆ। ਉਕਤ ਹੁੰਦੀ ਹੈ ਅਕਲ, ਤੇ ਅਕਲ ਹਾਰ ਜਾਂਦੀ ਹੈ, ਯਾਦਾਸ਼ਤ ਘਟਣੀ ਸ਼ੁਰੂ ਹੋ ਜਾਂਦੀ ਹੈ। ਉਹ ਰਵਾਨਗੀ, ਉਹ ਜੋਸ਼ ਨਹੀਂ ਰਹਿੰਦਾ ਬੁਢੇਪੇ ਵਿੱਚ। ਜਿਉ ਮੋਹਿਓ ਉਨਮੋਹਨੀ ਬਾਲਾ, ਉਸ ਤੇ ਘਟੈ ਨਾਹੀ ਰੁਚ ਚਸੂਆ। ਆ ਬੜੀ ਕਮਾਲ ਦੀ ਬਾਤ ਹੈ। ਜਵਾਨੀ ਵਿੱਚ ਤੂੰ ਇਹਨਾਂ ਰਸਾਂ ਦੇ ਮੋਹ ਵਿੱਚ, ਇਹਨਾਂ ਦੁਨਿਆਵੀ ਪ੍ਰਾਪਤੀਆਂ ਦੇ ਮੋਹ ਵਿੱਚ, ਜੋਸ਼ ਵਿੱਚ ਫਸ ਗਿਆ। ਤੇਰਾ ਸਰੀਰ ਕਮਜ਼ੋਰ ਹੋ ਗਿਆ, ਤੇਰੀ ਅਕਲ ਕਮਜ਼ੋਰ ਹੋ ਗਈ, ਤੇਰਾ ਉਦਮ ਕਮਜ਼ੋਰ ਹੋ ਗਿਆ, ਪਰ ਤੇਰੇ ਅੰਦਰ ਆ ਜਿਹੜਾ ਦੁਨਿਆਵੀ ਪ੍ਰਾਪਤੀਆਂ, ਉਲਝਣ ਤਾਣੀ ਦਾ ਰਾਸ ਤੇ ਇੱਧਰ ਭੱਜ ਨੱਠ ਸੀ ਨਾ, ਘਟੈ ਨਾਹੀ ਰੁਚ ਚਸੂਆ, ਇਹ ਨਹੀਂ ਘਟੀ। ਆਖੋ ਵਾਹਿਗੁਰੂ। ਇਹ ਰੁਚੀ ਨਹੀਂ ਘਟਦੀ, ਹੋਰ 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 ਦੀ ਰੁਚੀ ਨਹੀਂ ਘਟਦੀ, ਕਿਉਂਕਿ ਤ੍ਰਿਸ਼ਨਾ ਬਣ ਗਈ। ਤ੍ਰਿਸ਼ਨਾ ਰੱਜਦੀ ਨਹੀਂ, ਬਿਨਾਂ ਸੰਤੋਖ ਨਹੀਂ ਕੋ ਰਾਜੈ। ਜਿਉ ਮੋਹਿਓ ਅਨਮੋਹਨੀ ਬਾਲਾ, ਉਸ ਨੇ, ਉਸ ਖਿੱਚ ਨੇ, ਉਸ ਲਗਨ ਨੇ ਤੈਨੂੰ ਮੋਹ ਲਿਆ। ਬਾਲਾ ਜਦੋਂ ਜਵਾਨੀ ਸੀ, ਉਸ ਤੇ ਘਟੈ ਨਾਹੀ ਰਚ ਚਸੂਆ। ਉਹ ਵਡੇਪੇ ਵੀ ਜਾਂਦਾ ਗਿਆ, ਪਰ ਤੇਰੀ ਉਹ ਰੁਚੀ, ਤੇਰੀ ਉਹ ਦੌੜ, ਤੇਰੀ ਉਲਝਣ ਤਾਣੀ, ਤੇਰੇ ਉਹ ਰਸ, ਤੇਰੀ ਉਹ ਖਿੱਚ ਉਧਰੋਂ ਘਟੀ ਨਹੀਂ। ਆਖੋ ਵਾਹਿਗੁਰੂ। ਇੱਕ ਬੜਾ ਵੱਡਾ ਭੁਲੇਖਾ ਹੈ। ਹਰ ਬੰਦੇ ਨੂੰ ਲੱਗਦਾ ਹੈ 10 ਸਾਲਾਂ 'ਚ ਮੈਂ ਇਤਨੇ ਕਮਾ ਲਾਂਗਾ, ਉਦੋਂ ਬਾਅਦ ਮੇਰੇ ਵਰਗਾ ਰਾਜਾ ਹੀ ਕੋਈ ਨਹੀਂ। ਪਰ ਜਦੋਂ 10 ਸਾਲ ਬੀਤਦੇ ਨੇ ਨਾ, ਉਹਨੂੰ ਪਤਾ ਲੱਗਦਾ ਉਲਝਣ ਤਾਣੀ ਤਾਂ ਹੋਰ ਉਲਝਾ ਲਈ ਮੈਂ।
ਫਿਰ ਹੋਰ ਅੱਗੇ 10 ਕੁ ਸਾਲ ਦਾ ਐਸਟੀਮੇਟ ਲਾਉਂਦਾ ਹੈ, ਅਗਲੇ 10 ਕੁ ਸਾਲਾਂ 'ਚ ਸੈੱਟ ਕਰ ਲਾਂਗਾ। ਜਦੋਂ ਉੱਥੇ ਪਹੁੰਚਦਾ ਹੈ ਤੇ ਉਹ ਹੋਰ ਉਲਝ ਜਾਂਦਾ ਹੈ। ਅਗਰ ਉਹਨੂੰ ਕੋਈ ਉਸ ਜ਼ਿੰਦਗੀ ਦੇ ਪੜਾਅ 'ਤੇ ਪਹੁੰਚਿਆ ਹੋਇਆ ਉਹਨੂੰ ਕੋਈ ਸਮਝਾਵੇ ਨਾ, ਪਿਆਰਿਆ ਤੂੰ ਹਾਲੇ, ਤੈਨੂੰ ਉਦੋਂ ਪਤਾ ਲੱਗੂ ਜਦੋਂ ਬੱਚੇ ਵੱਡੇ ਹੋ ਗਏ ਨੇ, ਤੂੰ ਇਸ ਉਮਰ 'ਚ ਪਹੁੰਚੇਂਗਾ ਪਿਆਰਿਆ, ਤੈਨੂੰ ਜ਼ਿੰਦਗੀ ਦੇ ਤਜਰਬਿਆਂ 'ਚ ਕੋਈ ਦੱਸਦਾ ਹੈ ਨਾ, ਤਾਂ ਉਹਨੂੰ ਸਮਝ ਨਹੀਂ ਲੱਗਦੀ, ਉਹਨੂੰ ਲੱਗਦਾ ਇਹ ਤਾਂ ਮੂਰਖ ਹੈ, ਇਹਨੂੰ ਕੀ ਪਤਾ ਹੈ, ਕਿਉਂਕਿ ਹਰ ਇੱਕ ਨੂੰ ਲੱਗਦਾ ਮੇਰੀ ਅਕਲ ਵੱਡੀ ਹੈ। ਇਸ ਤਰ੍ਹਾਂ ਉਲਝਿਆ ਹੋਇਆ ਜਗ ਐਸਾ, ਮੋਹਿ ਗੁਰਹਿ ਦਿਖਾਇਓ, ਤਉ ਸ਼ਰਨ ਪਰਿਓ ਤਜ ਗਰ ਬਸੂਆ। ਮੇਰੇ ਗੁਰੂ ਨੇ, ਗੁਰਸਰੂਪ ਨੇ ਇਸ ਸੰਸਾਰ ਦੀ ਜਦੋਂ ਅਸਲੀਅਤ ਦਿਖਾਈ, ਜਗ ਐਸਾ, ਆ ਜਗਤ ਦੀਆਂ ਰਮਜ਼ਾਂ ਨੇ, ਮੋਹਿ ਗੁਰਹਿ ਦਿਖਾਇਓ, ਗੁਰਸਰੂਪ ਨੇ ਮੈਨੂੰ ਜਦੋਂ ਅਸਲੀਅਤ ਸੋਝੀ ਦੇ ਦਿੱਤੀ, ਦਿਖਾ ਦਿੱਤਾ ਨਾ ਜਗਤ ਦੀ ਅਸਲੀਅਤ, ਸ਼ਰਨ ਭਰਿਓ, ਆਪਣੇ ਗੁਰੂ ਦੇ ਅੱਗੇ, ਵਾਹਿਗੁਰੂ ਜੀ ਦੇ ਅੱਗੇ ਸ਼ਰਨ ਪੈ ਗਿਆ। ਸੁਰੈਂਡਰ, ਤਜ ਗਰਭ ਬਸੂਆ, ਸੁਭਾਉ ਤੇ ਸੋਚ ਦਾ ਗਰਭ ਹੰਕਾਰ ਮਾਰ ਦਿੱਤਾ। ਸੁਭਾਉ ਨੂੰ, ਸੋਚ ਨੂੰ ਪਰਫੈਕਟ ਮੰਨਣ ਦੀ ਰੁਚੀ ਪਾਸੇ ਕੱਢ ਮਾਰੀ। ਗੁਰੂ ਅੱਗੇ ਸਮਰਪਿਤ ਹੋ ਕੇ, ਵਾਹਿਗੁਰੂ ਜੀ ਤੁਹਾਡੇ ਲਈ ਆਪਾਂ ਵਾਰਨਾ ਹੈ, ਤੁਸੀਂ ਸਿਖਾ ਦਿਓ। ਫਿਰ ਗੁਰੂ ਦੀ ਕਲਾ ਵਾਪਰਦੀ, ਮਾਰਗ ਪ੍ਰਭ ਕੋ ਸੰਤ ਬਤਾਇਓ, ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ। ਸੰਤ ਦੇ ਅਰਥ ਇੱਥੇ ਗੁਰੂ ਹੈ। ਗੁਰੂ ਸਾਹਿਬ ਨੇ ਫਿਰ ਮਾਰਗ ਦਿਖਾਇਆ ਜ਼ਿੰਦਗੀ ਜਿਉਣ ਦਾ। ਪਰਿਵਾਰਕ ਲੋੜਾਂ ਵੀ ਪੂਰੀਆਂ ਕਰਨੀਆਂ, ਬੱਚਿਆਂ ਨੂੰ ਵੀ ਪਾਲਣਾ ਤੇ ਗੁਰੂ ਦੀ ਕੌਮ ਲਈ ਪਰਉਪਕਾਰੀ ਮਿਸ਼ਨ ਤੇ ਤੁਰਨਾ। ਦੋਨਾਂ ਦਾ ਬੈਲੈਂਸ ਬਣਾਉਣਾ ਹੈ, ਚਾਦਰ ਦੇਖ ਕੇ ਪੈਰ ਪਸਾਰਨੀ ਹੈ, ਸਬਰ ਸੰਤੋਖ ਵਿੱਚ ਤੁਰਨਾ ਹੈ, ਆਪਾ ਵਾਰਨਾ ਹੈ, ਦੁਨਿਆਵੀ ਪ੍ਰਾਪਤੀਆਂ ਦੀ ਇੱਛਾ ਨਹੀਂ ਰੱਖਣੀ, ਗੁਰੂ ਕੀ ਬਖਸ਼ਿਸ਼ ਨੂੰ ਟਾਰਗੇਟ ਰੱਖਣਾ ਹੈ। ਜਦੋਂ ਮਾਰਗ ਦਿਖਾਇਆ ਨਾ, ਤੇ ਨਾਨਕ ਦਾਸ ਸ਼ਬਦ ਵਰਤ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਫਿਰ ਜ਼ਿੰਦਗੀ ਜਿਉਣੀ ਇੱਕ ਭਗਤੀ ਬਣ ਗਈ, ਤੇ ਭਗਤੀ ਦ੍ਰਿੜੀ, ਇੱਥੇ ਦ੍ਰਿੜੀ ਦਾ ਸੰਬੰਧ ਭਗਤ ਨਾਲ ਹੈ। ਦ੍ਰਿੜੀ ਨਾਨਕ ਦਾਸ ਭਗਤ, ਭਗਤ ਦੇ ਤੱਤੇ ਨੂੰ ਸਿਹਾਰੀ ਹੈ ਭਗਤੀ, ਉਹ ਦ੍ਰਿੜ ਕਰਵਾ ਦਿੱਤੀ। ਹਰ ਜਸੂਆ, ਰੱਬ ਦੀ ਸਿਫਤ ਸਲਾਗਾ, ਰੱਬ ਦੀ ਵਡਿਆਈ, ਬੋਲ ਨਿਕਲਣ ਮੂੰਹ ਚੋਂ, ਰੱਬ ਦੀ ਵਡਿਆਈ ਹੋਵੇ। ਜ਼ਿੰਦਗੀ ਦੇ ਨਿਸ਼ਾਨੇ ਵਿਜ਼ਨ ਹੋਣ, ਉਹ ਵਿਜ਼ਨ ਪੂਰੇ ਹੋਣ, ਉਹਦੇ 'ਚ ਰੱਬ ਦੀ, ਗੁਰੂ ਦੀ ਵਡਿਆਈ ਹੋਵੇ, ਉਹਨੂੰ ਪਰਉਪਕਾਰ ਕਹਿੰਦੇ ਨੇ। ਆਖੋ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ, ਅਗਲਾ ਸ਼ਬਦ ਗੌੜੀ ਰਾਗ ਦਾ, ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਤੁਝ ਬਿਨ ਕਵਨ ਹਮਾਰਾ, ਹੇ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾਂ ਕੋਈ ਵੀ ਨਹੀਂ, ਜਿਹੜਾ ਹਰ ਹਾਲਾਤ ਵਿੱਚ ਸਾਥ ਦੇ ਦੇਵੇ। ਸਭ ਛੱਡ ਜਾਂਦੇ ਨੇ, ਛੋਟੀਆਂ ਛੋਟੀਆਂ ਗੱਲਾਂ ਤੇ ਰੁੱਸ ਜਾਂਦੇ ਜੀ, ਛੋਟੇ ਛੋਟੇ ਭੁਲੇਖਿਆਂ ਦੇ ਵਿੱਚ ਵਾਹਿਗੁਰੂ ਜੀ ਸਭ ਕੱਚੀਆਂ ਤੰਦਾਂ ਨੇ, ਤੁਹਾਡੇ ਤੋਂ ਬਿਨਾਂ ਕੋਈ ਵੀ ਨਹੀਂ। ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਓ, ਇਹ ਮੇਰੇ ਵਾਹਿਗੁਰੂ ਜੀ, ਇਹ ਮੇਰੇ ਪਿਆਰੇ ਪ੍ਰੀਤਮ, ਤੁਸੀਂ ਆਤਮਿਕ ਜੀਵਨ ਜਿਉਣ ਵਾਸਤੇ ਮੇਰੇ ਪ੍ਰਾਣ, ਪ੍ਰਾਣ ਕੀ ਨੇ, ਗੁਣ, ਜਜ਼ਬਾ, ਲਗਨ, ਸੋਝੀ, ਜੋ ਕੁਛ ਅੰਦਰਲੇ ਆਤਮਿਕ ਜੀਵਨ ਨੂੰ ਚਾਹੀਦਾ ਨਾ, ਉਹ ਪ੍ਰਾਣ ਨੇ। ਸਰੀਰ ਨੂੰ ਕੀ ਚਾਹੀਦਾ? ਸਵਾਸ, ਰੋਟੀ ਤੋਂ ਬਿਨਾਂ ਚੱਲ ਜਾਏਗਾ, ਖਾਣੇ ਪੀਣੇ ਤੋਂ ਬਿਨਾਂ ਚੱਲ ਜਾਏਗਾ, ਪਰ ਸਵਾਸਾਂ ਤੋਂ ਬਿਨਾਂ ਇੱਕ ਸੈਕਿੰਡ ਵੀ ਨਹੀਂ ਚੱਲ ਸਕੇਗਾ। ਖਾਣੇ ਪੀਣੇ ਤੋਂ ਬਿਨਾਂ 70-72 ਘੰਟੇ ਚੱਲ ਜਾਏਗਾ, ਹੋਰ ਵੀ ਜ਼ਿਆਦਾ ਚੱਲ ਜਾਏਗਾ। ਸਵਾਸ ਬਿਨਾਂ ਨਹੀਂ ਚੱਲੇਗਾ। ਆਤਮਿਕ ਜੀਵਨ ਗੁਰੂ ਦੇ ਉਪਦੇਸ਼, ਗੁਣਾਂ ਤੋਂ ਬਿਨਾਂ ਨਹੀਂ ਚੱਲੇਗਾ। ਤੁਸੀਂ ਮੇਰੇ ਆਧਾਰ ਹੋ ਵਾਹਿਗੁਰੂ ਜੀ। ਇਹ ਰਹਾਉ ਪਦਾ ਹੈ ਸੈਂਟਰਲ ਆਈਡੀਆ। ਅੰਤਰ ਕੀ ਵਿਦ ਤੁਮ ਹੀ ਜਾਨੀ, ਤੁਮ ਹੀ ਸੱਜਣ ਸੁਹੇਲੇ। ਵਾਹਿਗੁਰੂ ਜੀ ਤੁਸੀਂ ਹੀ ਮਦਦਗਾਰ ਹੋ, ਸੱਜਣ ਹੋ, ਸੁਹੇਲੇ ਹੋ, ਤੁਸੀਂ ਅੰਦਰਲੀਆਂ ਜਾਣਦੇ ਹੋ ਵਾਹਿਗੁਰੂ ਜੀ। ਦੁਨੀਆ ਤਾਂ ਛੋਟੇ ਛੋਟੇ ਭੁਲੇਖਿਆਂ 'ਚ ਟੁੱਟ ਜਾਂਦੀ ਹੈ। ਤੁਹਾਡੇ ਲਈ ਆਪਾ ਵਾਰਨ ਦਾ ਵਿਜ਼ਨ ਹੁੰਦਾ ਵਾਹਿਗੁਰੂ ਜੀ, ਦੁਨੀਆ ਨੂੰ ਇਸ ਵਿਜ਼ਨ ਦੀ ਪਰਖ ਕੋਈ ਨਹੀਂ। ਵਾਹਿਗੁਰੂ ਜੀ ਤੁਸੀਂ ਕੌਮ ਦੇ ਲਈ ਆਪਾ ਵਾਰਨ ਦਾ ਜੋ ਜਜ਼ਬਾ ਦਿੰਦੇ ਹੋ, ਜੋ ਲਗਨ ਦਿੰਦੇ ਹੋ, ਜੋ ਤੜਫ ਦਿੰਦੇ ਹੋ, ਦੁਨੀਆ ਨੂੰ ਉਸ ਤੜਫ ਦੀ ਨਾ ਪਰਖ ਹੈ, ਨਾ ਕਦਰ ਹੈ। ਉਹ ਤਾਂ ਕੰਨਾਂ ਦੇ ਬੜੇ ਕੱਚੇ ਨੇ। ਆਖੋ ਵਾਹਿਗੁਰੂ, ਸਮਝ ਦੇ ਬੜੇ ਕੱਚੇ ਨੇ, ਛੋਟੀਆਂ ਛੋਟੀਆਂ ਗੱਲਾਂ ਤੇ ਟੁੱਟਦੇ ਨੇ, ਭਾਵੇਂ ਆਪਣਾ ਹੀ ਨੁਕਸਾਨ ਹੁੰਦਾ ਹੋਵੇ। ਆਖੋ ਵਾਹਿਗੁਰੂ, ਪਰ ਤੁਸੀਂ ਐਸੇ ਸੱਜਣ ਹੋ। ਅੰਤਰ ਕੀ ਵਿਦ ਤੁਮ ਹੀ ਜਾਨੀ, ਤੁਸੀਂ ਅੰਦਰਲੀ ਮੇਰੀ ਜਾਣ ਲਈ ਤੁਸੀਂ ਸੱਜਣ ਹੋ, ਮਿੱਤਰ ਹੋ, ਸੁਹੇਲੇ ਹੋ, ਮਦਦਗਾਰ ਹੋ। ਸਰਬ ਸੁਖਾ ਮੈਂ ਤੁਝ ਤੇ ਪਾਏ,
ਮੇਰੇ ਠਾਕੁਰ ਅਗਾਹ ਅਤੋਲੇ ਹੈ। ਮੇਰੇ ਠਾਕੁਰ ਵਾਹਿਗੁਰੂ ਜੀ, ਤੁਸੀਂ ਬੇਅੰਤ ਅਤੋਲ ਕਮਾਲ ਹੀ ਕਮਾਲ ਹੋ, ਸਰਬ ਸੁਖਾ। ਤੁਹਾਡੇ ਤੋਂ ਮੈਂ ਆਤਮਿਕ ਸੁਖ ਪਾ ਲਿਆ ਵਾਹਿਗੁਰੂ ਜੀ, ਇਹਦੇ ਮੁਕਾਬਲੇ ਤੇ ਦੁਨੀਆ ਦਾ ਕੋਈ ਸੁਖ ਨਹੀਂ। ਸਭ ਤੋਂ ਵੱਡਾ ਸੁਖ ਤੁਹਾਡਾ ਦਿੱਤੀ ਬਖਸ਼ਿਸ਼ ਹੈ ਤੇ ਸਭ ਤੋਂ ਵੱਡਾ ਤੁਹਾਡਾ ਸਾਥ ਹੈ। ਵਰਨ ਨਾ ਸਾਕੋਂ ਤੁਮਰੇ ਰੰਗਾ, ਗੁਣ ਨਿਧਾਨ ਸੁਖ ਦਾਤੇ। ਵਾਹਿਗੁਰੂ ਜੀ, ਤੁਹਾਡੇ ਕਿਤਨੇ ਕਮਾਲ ਦੇ ਕੌਤਕ ਨੇ, ਕਮਾਲ ਹੀ ਕਮਾਲ ਹੈ, ਸਮਝੇ ਨਹੀਂ ਜਾ ਸਕਦੇ, ਗਿਣੇ ਨਹੀਂ ਜਾ ਸਕਦੇ। ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਆਤਮਿਕ ਸੁਖ ਦੇ ਦਾਤੇ ਹੋ। ਅਗਮ ਅਗੋਚਰ ਪ੍ਰਭ ਅਬਿਨਾਸ਼ੀ, ਪੂਰੇ ਗੁਰ ਤੇ ਜਾਤੇ। ਤੁਸੀਂ ਅਗਮ ਹੋ, ਪਹੁੰਚ ਤੋਂ ਪਰੇ, ਅਗੋਚਰ ਗਿਆਨ ਇੰਦਰਾਂ ਦੀ ਪਹੁੰਚ ਤੋਂ ਪਰੇ, ਅਬਿਨਾਸ਼ੀ ਕਦੇ ਵੀ ਨਾ ਖਤਮ ਹੋਣ ਵਾਲੇ ਸਦੀਵੀ ਵਾਹਿਗੁਰੂ ਹੋ। ਤੁਸੀਂ ਪ੍ਰਭੂ ਜੀ ਮੇਰੇ ਗੁਰ ਸਰੂਪ ਦੀ, ਗੁਰੂ ਦੇ ਉਪਦੇਸ਼ਾਂ ਤੋਂ, ਉਪਦੇਸ਼ਾਂ ਦੀ ਸੋਝੀ ਨੇ ਤੁਹਾਡੇ ਨਾਲ ਸਾਂਝ ਪਵਾ ਦਿੱਤੀ। ਜਾਤੇ ਦੇ ਅਰਥ ਹੈ ਸਾਂਝ ਪਵਾ ਦਿੱਤੀ, ਗੂੜੀ ਸਾਂਝ ਪੈ ਗਈ। ਵਾਹਿਗੁਰੂ ਜੀ, ਤੁਸੀਂ ਕਮਾਲ ਹੀ ਕਮਾਲ ਹੋ। ਭ੍ਰਮ ਭਉ ਕਾਟ ਕੀਏ ਨਿਹ ਕੇਵਲ, ਜਬ ਤੇ ਹਉਮੈ ਮਾਰੀ। ਤੁਸੀਂ ਐਸੇ ਐਸੇ ਕੌਤਕ ਵਰਤਾਉਂਦੇ ਹੋ, ਅੰਦਰੋਂ ਹਉਮੈ ਮਿਟ ਜਾਂਦੀ ਹੈ। ਪਤਾ ਲੱਗਦਾ ਹੈ ਅਸੀਂ ਕੁਝ ਵੀ ਕਰਨ ਜੋਗੇ ਨਹੀਂ, ਸਭ ਤੁਹਾਡੇ ਖੇਲ ਨੇ। ਤੁਸੀਂ ਹਰ ਕੌਤਕ ਵਿੱਚੋਂ, ਗੁਰੂ ਦੇ ਹਰ ਉਪਦੇਸ਼ ਵਿੱਚੋਂ, ਇਸ ਸੰਸਾਰ ਦੇ ਹਰ ਵਰਤਾਰੇ ਵਿੱਚੋਂ ਸੋਝੀ ਦਿੰਦੇ ਹੋ। ਭਰਮ ਟੁੱਟ ਜਾਂਦੇ ਨੇ। ਆਖੋ ਵਾਹਿਗੁਰੂ, ਦੁਨੀਆ ਦੇ ਭੈ ਵੀ ਚੱਕੇ ਜਾਂਦੇ ਨੇ, ਛੋਟੀਆਂ ਛੋਟੀਆਂ ਚਿੰਤਾਵਾਂ ਦੇ ਭੈ ਦੂਰ ਹੋ ਜਾਂਦੇ ਨੇ। ਜਨਮ ਮਰਨ ਕੋ ਚੁੱਕੋ ਸਹਿਸਾ, ਸਾਧ ਸੰਗ ਦਰਸਾਰੀ। ਗੁਰੂ ਦਾ ਸੰਗ ਕੀਤਾ, ਅਸਲੀਅਤ ਦੇ ਦਰਸ਼ਨ ਹੋਏ ਤੇ ਇਹ ਮਨ ਦਾ ਜਿਹੜਾ ਜਨਮ ਮਰਨ ਹੈ ਨਾ, ਇਹ ਖਤਮ ਹੋ ਜਾਂਦਾ ਹੈ। ਅੰਦਰੋਂ ਸ਼ੰਕਾ, ਤੌਖਲਾ, ਚਿੰਤਾ ਖਤਮ ਹੋ ਜਾਂਦੀ। ਸਹਿਸਾ ਅੰਦਰੋਂ ਗੁਣ ਨਹੀਂ ਮਰਦੇ, ਜਜ਼ਬਾ ਨਹੀਂ ਮਰਦਾ, ਲਗਨ ਨਹੀਂ ਮਰਦੀ, ਪ੍ਰੀਤ ਨਹੀਂ ਮਰਦੀ। ਵਾਹਿਗੁਰੂ ਜੀ, ਤੁਸੀਂ ਅਸਲੀਅਤ ਸਮਝਾ ਦਿੰਦੇ ਹੋ। ਚਰਨ ਪਖਾਰ ਕਰੋ ਗੁਰ ਸੇਵਾ, ਵਾਰ ਜਾਉ ਲਖ ਵਰੀਆ। ਵਾਹਿਗੁਰੂ ਜੀ, ਗੁਰੂ ਦੇ ਚਰਨ, ਗੁਰੂ ਦੇ ਉਪਦੇਸ਼ ਨੇ, ਤੁਹਾਡੇ ਚਰਨ ਸੱਚਾ ਗਿਆਨ ਹੈ। ਜਦੋਂ ਗੁਰੂ ਦੇ ਉਪਦੇਸ਼ਾਂ ਨੂੰ, ਸੱਚੇ ਗਿਆਨ ਨੂੰ ਤੁਹਾਡੇ ਚਰਨ ਕਮਲ ਸਮਝਿਆ, ਉਹਨਾਂ ਚਰਨ ਕਮਲਾਂ ਦੇ ਨਾਲ ਆਪਣੇ ਮਨ ਦੀ ਮੈਲ ਉਤਾਰੀ। ਚਰਨ ਪਖਾਰ ਕਰੋ ਗੁਰ ਸੇਵਾ, ਜਦੋਂ ਆਪਣੇ ਗੁਰੂ ਲਈ ਆਪਾ ਵਾਰਨ ਦੀ ਸੇਵਾ ਭਾਵਨਾ, ਪਰਉਪਕਾਰ ਦੀ ਬਿਰਤੀ ਤੁਸੀਂ ਦਿੰਦੇ ਹੋ। ਬਾਹਰ ਜਾਉ ਲਖ ਵਰੀਆ, ਤੁਹਾਡੇ ਤੋਂ ਲੱਖਾਂ ਵਾਰੀ ਕੁਰਬਾਨ ਜਾਂਦਾ ਹਾਂ। ਜਿਹ ਪ੍ਰਸਾਦ ਇਹ ਭਉਜਲ ਤਰਿਆ, ਜਨ ਨਾਨਕ ਪ੍ਰਿਆ ਸੰਗ ਮਿਰਿਆ। ਜਿਸ ਗੁਰੂ ਦੀ ਕਿਰਪਾ ਦੇ ਨਾਲ, ਜਿਸ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਸ ਸੰਸਾਰ ਵਿੱਚੋਂ ਜੀਵਨ ਜਿਉਂਦਿਆਂ ਮੈਨੇਜ ਕਰਨਾ ਤੁਸੀਂ ਸਿਖਾਇਆ, ਤਰਿਆ। ਇਹ ਸੰਸਾਰ ਪਲ ਪਲ ਤੇ ਪਰਉਪਕਾਰ ਦੇ ਵਿਘਨ ਮਾਰਗ ਤੇ ਤੁਰਨ ਤੋਂ ਰੋਕਦਾ ਹੈ। ਵਿਘਨ ਤੇ ਵਿਘਨ ਖੜੇ ਕਰਦਾ ਹੈ ਸੰਸਾਰ। ਵਾਹਿਗੁਰੂ ਜੀ, ਤੁਹਾਨੂੰ ਪਰਖ ਹੈ, ਤੁਹਾਨੂੰ ਕਦਰ ਹੈ, ਦੁਨੀਆ ਨੂੰ ਪਰਖ ਨਹੀਂ, ਦੁਨੀਆ ਨੂੰ ਕਦਰ ਨਹੀਂ। ਇਹ ਦੁਨੀਆ ਦੀਆਂ ਲਹਿਰਾਂ ਨੇ। ਵਾਹਿਗੁਰੂ ਜੀ, ਬਸ ਤੁਹਾਡਾ ਸੰਗ ਕਰਕੇ ਗੁਰੂ ਨਾਲ ਮਿਲਾਪ ਹੁੰਦਾ ਹੈ ਤੇ ਗੁਰੂ ਦੇ ਮਿਲਾਪ ਵਿੱਚੋਂ ਮਿਰਿਆ ਹੁੰਦਾ ਮਿਲਾਪ, ਵਾਹਿਗੁਰੂ ਜੀ ਦਾ ਮਿਲਾਪ। ਗੁਰੂ ਦਾ ਸੰਗ ਮਿਲਿਆ, ਸੰਗ ਮਿਰਿਆ, ਇਹ ਸੰਗ ਮਿਲਿਆ ਗੁਰੂ ਦਾ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ। ਵਾਹਿਗੁਰੂ ਜੀ ਦੀ ਬਖਸ਼ਿਸ਼ ਤੋਂ ਬਿਨਾਂ ਇਸ ਮਾਰਗ ਤੇ ਤੁਰਿਆ ਨਹੀਂ ਜਾਂਦਾ। ਸਤਿਗੁਰੂ ਕਿਰਪਾ ਕਰਨ, ਸਭ ਤੇ ਰਹਿਮਤਾਂ ਕਰਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।